ਤੇ ਸਾਰਿਆਂ ਨੂੰ ਜੈ ਮਸੀਹ ਦੀ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਸੀ, ਇਹ ਵੀਡੀਓ ਖਾਸ ਬਣਾ ਰਹੇ ਹਾਂ ਜਿੰਨਾ ਵੀ ਮੇਰੇ ਭੈਣਾਂ ਭਰਾਵਾਂ ਨੇ ਪਾਣੀ ਦਾ ਬੈਪਟਿਜ਼ਮਾ ਲਿਆ ਤੇ ਪਾਣੀ ਤੇ ਬੈਪਟਿਜ਼ਮੇ ਲੈਣ ਤੋਂ ਬਾਅਦ ਅਸੀਂ ਤੁਹਾਨੂੰ ਉਤਸ਼ਾਹਿਤ ਕਰਨ ਦੇ ਲਈ ਵੀਡੀਓ ਨੂੰ ਬਣਾ ਰਹੇ ਹਾਂ ਕਿ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪਾਣੀ ਦਾ ਬੈਪਟਿਜ਼ਮਾ ਲਿਆ ਤੇ ਤੁਸੀਂ ਉਸ ਹੁਕਮ ਨੂੰ ਮੰਨਿਆ ਜੋ ਪ੍ਰਭੂ ਦੇ ਨਾਲ ਤੁਸੀਂ ਚੱਲਣ ਦਾ ਇੱਕ ਵੱਡਾ ਕਦਮ ਹੈ ਜਿਹੜਾ ਚੁੱਕਿਆ। ਇਹ ਜ਼ਰੂਰ ਦਿਲਚਸਪ ਰਿਹਾ ਹੋਊਗਾ ਤੁਹਾਡੇ ਲਈ, ਤੁਸੀਂ ਘਬਰਾਏ ਵੀ ਹੋਵੋਗੇ, ਤੁਹਾਡੀਆਂ ਭਾਵਨਾਵਾਂ ਵੀ ਉੱਪਰ ਥੱਲੇ ਹੋਈਆਂ ਹੋਣਗੀਆਂ, ਬਟ ਤੁਸੀਂ ਫਿਰ ਵੀ ਕਿਉਂਕਿ ਲੋਕਾਂ ਨੇ ਤੁਹਾਨੂੰ ਬੈਪਟਿਜ਼ਮੇ ਲੈਂਦੇ ਹੋਏ ਦੇਖਿਆ ਹੋਵੇਗਾ। ਜਿਵੇਂ ਇੱਕ ਲਾੜਾ ਤੇ ਲਾੜੀ ਜਦੋਂ ਵਿਆਹ ਕਰਵਾਉਂਦੇ ਨੇ ਤੇ ਉਹਨਾਂ ਨੂੰ ਸਾਰੇ ਲੋਕ ਦੇਖਦੇ ਨੇ, ਉਸੇ ਤਰ੍ਹਾਂ ਜਦੋਂ ਤੁਸੀਂ ਪਾਣੀ ਦਾ ਬੈਪਟਿਜ਼ਮਾ ਲਿਆ ਤੁਹਾਨੂੰ ਵੀ ਲੋਕਾਂ ਨੇ ਦੇਖਿਆ ਹੋਵੇਗਾ। ਤੇ ਜਿਵੇਂ ਉਹ ਇੱਕ ਦੂਜੇ ਦੇ ਨਾਲ ਰਹਿਣ ਦੀ ਇੱਕ ਸੁਖਨਾ ਸੁਖਦੇ ਆ, ਇੱਕ ਵਾਅਦਾ ਕਰਦੇ ਆ, ਉਸੇ ਤਰ੍ਹਾਂ ਦਾ ਵਾਅਦਾ ਜੇ ਤੁਸੀਂ ਕੀਤਾ ਹੈ ਕਿ ਤੁਸੀਂ ਉਸ ਦੇ ਨਾਲ ਚੱਲਣ ਦੇ ਲਈ ਪਾਣੀ ਦਾ ਬੈਪਟਿਜ਼ਮਾ ਲਿਆ। ਇਸ ਲਈ ਤੁਸੀਂ ਸਾਰੇ ਹੀ ਯਿਸੂ ਦੇ ਅਨੁਸਾਰ ਅਤੇ ਬਾਈਬਲ ਦੇ ਦੇਸ਼ਾਂ ਦੀ ਜਿਹੜੇ ਆਦੇਸ਼ ਨੇ ਬਾਈਬਲ ਦੇ, ਉਹਨਾਂ ਦੀ ਪਾਲਣਾ ਕਰਦੇ ਰਹੋਗੇ ਤੇ ਉਹਦੇ ਪ੍ਰਤੀ, ਉਹਦੇ ਵਚਨ ਦੇ ਪ੍ਰਤੀ ਤੁਸੀਂ ਬੰਦੇ ਰਹੋਗੇ। ਤੇ ਹੁਣ ਤੋਂ ਇਹ ਤੁਹਾਡਾ ਇੱਕ ਫਲ ਹੋਵੇਗਾ ਜਿਹੜਾ ਤੁਸੀਂ ਫਲ ਚਰਚ ਸੰਬੰਧੀ ਦਿਖਾਓਗੇ। ਜਿਵੇਂ ਕਿ ਚਰਚ ਹੁਣ ਤੁਹਾਡਾ ਇੱਕ ਪਰਿਵਾਰ ਹੈ, ਇਹ ਨਵਾਂ ਪਰਿਵਾਰ ਚਰਚ ਦੇ ਵਿੱਚ ਤੁਹਾਨੂੰ ਮਿਲਿਆ ਹੈ। ਇਹ ਪਰਿਵਾਰ ਕਿਹੜਾ ਹੈ? ਹਾਊਸ ਆਫ ਗਲੋਰੀ ਪੰਜਾਬੀ ਚਰਚ, ਜਿੱਥੇ ਤੁਸੀਂ ਪਾਣੀ ਦਾ ਬੈਪਟਿਜ਼ਮਾ ਲਿਆ ਹੈ। ਤੇ ਇਹ ਚਰਚ ਤੁਹਾਡਾ ਹੁਣ ਪਰਿਵਾਰ ਹੋਵੇਗਾ। ਇਹ ਵਿਸ਼ੇਸ਼ ਜਿਹੜੀ ਸਵਾਗਤ ਹੈ ਜਿਹੜਾ ਤੁਹਾਡਾ, ਇਹਦੀ ਜ਼ਰੂਰਤ ਨਹੀਂ, ਪਰ ਫਿਰ ਵੀ ਅਸੀਂ ਕਰ ਰਹੇ ਹਾਂ ਖਾਸ ਉਹਨਾਂ ਭੈਣਾਂ ਭਰਾਵਾਂ ਦੇ ਲਈ ਜਿਹੜੇ ਬਿਲਕੁਲ ਫਰੈਸ਼ ਨਵੇਂ ਨੇ ਤੇ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਨੇ ਪਰਮੇਸ਼ਰ ਨੂੰ ਗ੍ਰਹਿਣ ਕਰਕੇ ਪਾਣੀ ਦਾ ਬੈਪਟਿਜ਼ਮਾ ਲੈ ਲਿਆ। ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਹੁਣ ਸਾਡਾ ਪਰਿਵਾਰ ਦਾ ਇੱਕ ਹਿੱਸਾ ਬਣ ਚੁੱਕੇ ਹੋ। ਹਾਊਸ ਆਫ ਗਲੋਰੀ ਦਾ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਕਲੂਸੀਆਂ ਦੀ ਕਿਤਾਬ ਦੇ ਵਿੱਚ ਨਵੇਂ ਨੇਮ ਦੇ ਵਿੱਚ ਉਹਦੇ ਦੂਸਰੇ ਚੈਪਟਰ ਦੀ ਉਹਦੀ 6 ਆਇਤ ਦੇ ਵਿੱਚ ਲਿਖਿਆ ਗਿਆ ਹੈ, ਤਾਂ ਫਿਰ ਜਿਵੇਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਵਜੋਂ ਪ੍ਰਾਪਤ ਕੀਤਾ ਹੈ, ਉਸੇ ਤਰ੍ਹਾਂ ਆਪਣੀ ਜ਼ਿੰਦਗੀ ਉਸ ਵਿੱਚ ਜਿਉਂਦੇ ਵੀ ਰਹੋ। ਹਾਲੇਲੂਇਆ। ਤੁਸੀਂ ਅੱਗੇ ਵਧਣ ਵਿੱਚ ਸਹਾਇਤਾ ਕਰਨ ਲਈ ਸਾਡਾ ਸਾਥ ਦਿਓ ਤੇ ਜੋ ਪ੍ਰਭੂ ਤੁਹਾਡੀ ਜ਼ਿੰਦਗੀ 'ਚ ਕਰਨਾ ਚਾਹੁੰਦਾ ਹੈ ਉਹਦੇ ਪ੍ਰਤੀ ਸੁਚੇਤ ਰਹੋ। ਤੁਹਾਨੂੰ ਸਾਰੀਆਂ ਮਹੱਤਵਪੂਰਨ ਚੀਜ਼ਾਂ ਬਾਰੇ ਅਸੀਂ ਕੁਝ ਯਾਦ ਕਰਾਉਣਾ ਚਾਹੁੰਦੇ ਹਾਂ ਤਾਂ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਯਾਦ ਰੱਖ ਸਕੋ, ਤਾਂ ਜੋ ਪ੍ਰਭੂ ਦੇ ਵਿੱਚ ਵਧਣ ਦੀ ਜਿਹੜੀ ਸਹਾਇਤਾ ਹੈ ਉਹ ਸਾਡੇ ਨਾਲ ਮਿਲ ਕੇ ਤੁਸੀਂ ਕਰ ਸਕੋ। ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਾ ਅਸੀਂ ਤੁਹਾਨੂੰ ਬਾਰ-ਬਾਰ ਦੱਸੀਆਂ ਨੇ, ਰਿਮਾਈਂਡਰ ਦਿੱਤੇ ਨੇ, ਪਰ ਫਿਰ ਵੀ ਸਾਨੂੰ ਲੱਗਿਆ ਅਸੀਂ ਕੁਝ ਚੀਜ਼ਾਂ ਦੇ ਬਾਰੇ ਤੁਹਾਨੂੰ ਫਿਰ ਤੋਂ ਇੱਕ ਵਾਰ ਚਾਨਣਾ ਪਾਈਏ। ਉਹਨਾਂ ਸਭਨਾਂ ਚੀਜ਼ਾਂ ਦੇ ਵਿੱਚੋਂ ਖਾਸ ਪਹਿਲੀ ਗੱਲ ਇਹ ਹੈ ਕਿ ਤੁਸੀਂ ਪ੍ਰਭੂ ਨਾਲ ਸਮਾਂ ਬਿਤਾਉਣ ਦੇ ਲਈ, ਜਿਵੇਂ ਪਾਣੀ ਦਾ ਬੈਪਟਿਜ਼ਮਾ ਲਿਆ, ਉਸੇ ਤਰ੍ਹਾਂ ਤੁਸੀਂ ਉਹਦੇ ਨਾਲ ਸਮਾਂ ਬਿਤਾਉਣ ਦੇ ਲਈ ਸਮਾਂ ਕੱਢੋਗੇ। ਜਿਵੇਂ ਕਿ ਇੱਕ ਵਿਆਹਿਕ ਜੋੜਾ ਆਪਣੀ ਘਰ ਵਾਲਾ ਜਾਂ ਘਰ ਵਾਲੀ ਦੇ ਲਈ ਵਿਆਹ ਤੋਂ ਬਾਅਦ ਸਮਾਂ ਕੱਢਦਾ ਹੈ, ਉਹ ਸਮਾਂ ਫਿਰ ਤੁਸੀਂ ਵੀ ਕੱਢੋਗੇ। ਕਿਸ ਦੇ ਲਈ? ਪਰਮੇਸ਼ਰ ਦੇ ਲਈ, ਜਿਹਦੇ ਨਾਮ ਦੇ ਵਿੱਚ ਤੁਸੀਂ ਬੈਪਟਿਜ਼ਮਾ ਲਿਆ, ਤਾਂ ਜੋ ਬੇਸ਼ੱਕ ਤੁਸੀਂ ਉਸ ਦੇ ਲਈ ਮੌਜੂਦਗੀ ਦੇ ਵਿੱਚ ਹੋ, ਪਰ ਤੁਸੀਂ ਉਸ ਆਨੰਦ ਦੇ ਵਿੱਚ ਵੀ ਰਹਿਣਾ ਹੈ ਜਿਵੇਂ ਇੱਕ ਪਤੀ ਤੇ ਪਤਨੀ ਆਪਣੇ ਵਿਆਹਿਕ ਜੀਵਨ ਤੋਂ ਬਾਅਦ ਰਹਿੰਦੇ ਨੇ। ਅਗਰ ਉਹ ਸਮਾਂ ਕੱਢਦੇ ਨੇ, ਇੱਕ ਦੂਸਰੇ ਨੂੰ ਜਾਣਦੇ ਨੇ ਤੇ ਉਹ ਜ਼ਿਆਦਾ ਆਨੰਦਿਤ ਰਹਿੰਦੇ ਨੇ। ਉਸੇ ਤਰ੍ਹਾਂ ਇਹ ਤੁਹਾਡੇ ਤੇ ਵੀ ਡਿਪੈਂਡ ਹੈ ਹੁਣ ਕਿ ਤੁਸੀਂ ਉਹਦੇ ਨਾਲ ਸਮਾਂ ਕੱਢੋਗੇ ਤਾਂ ਜੋ ਤੁਸੀਂ ਵੀ ਉਸੇ ਤਰ੍ਹਾਂ ਹੀ ਆਨੰਦਿਤ ਰਹਿ ਸਕੋ। ਸਭ ਤੋਂ ਖਾਸ ਵੱਡੀ ਚੀਜ਼ ਕਿ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਦੀ ਆਦਤ ਪਾਓਗੇ। ਰੋਜ਼ ਜਿਹੜਾ ਤੁਹਾਡਾ ਸਮਾਂ ਹੈ ਉਹ ਵਚਨ ਨਾਲ ਜੋੜ ਕੇ ਰੱਖੋਗੇ। ਆਪਣੀ ਜਿਹੜੀ ਨਿੱਜੀ ਪ੍ਰਾਰਥਨਾ ਹੈ ਉਹ ਪ੍ਰਾਰਥਨਾ ਕਰੋਗੇ, ਕਿਉਂਕਿ ਪ੍ਰਾਰਥਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪ੍ਰਾਰਥਨਾ ਹਰ ਇੱਕ ਬੰਦੇ ਨੂੰ ਤੋੜਦੀ ਹੈ, ਹਰ ਇੱਕ ਚੀਜ਼ ਨੂੰ ਪੂਰਾ ਕਰਦੀ ਹੈ। ਤਾਂ ਉਸੇ ਤਰ੍ਹਾਂ ਇੱਕ ਪਰਮਾਤਮਾ ਦੇ ਨਾਲ ਗੱਲ ਕਰਨ ਦਾ ਤਰੀਕਾ ਵੀ ਪ੍ਰਾਰਥਨਾ ਹੀ ਹੈ। ਤਾਂ ਤੁਹਾਨੂੰ ਉਸ ਚੀਜ਼ ਨੂੰ ਸਿੱਖਣ ਦੀ ਜ਼ਰੂਰਤ ਹੈ। ਜਦੋਂ ਵੀ ਤੁਸੀਂ ਕਿਸੇ ਨਾਲ ਵੀ ਗੱਲ ਕਰਦੇ ਹੋ ਜਾਂ ਤੁਸੀਂ ਸੁਣਦੇ ਹੋ, ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਤਾਂ ਤੁਸੀਂ ਸੁਣਦੇ ਵੀ ਹੋ, ਤਾਂ ਤੁਸੀਂ ਇਸੇ ਤਰ੍ਹਾਂ ਦੀ ਆਦਤ ਹੈ ਜਿਹੜੀ ਉਹ ਪਰਮੇਸ਼ਰ ਨਾਲ ਵੀ ਪਾਓਗੇ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਨ ਬੈਠੋਗੇ ਤਾਂ ਤੁਸੀਂ ਆਪਣੀ ਪ੍ਰਾਰਥਨਾ ਬੋਲ ਕੇ ਕਰੋਗੇ, ਉਸ ਤੋਂ ਬਾਅਦ ਥੋੜਾ ਸਬਰ ਕਰੋਗੇ ਤਾਂ ਕਿ ਪਰਮੇਸ਼ਰ ਵੀ ਤੁਹਾਡੇ ਨਾਲ ਗੱਲਬਾਤ ਕਰੇ। ਕਿਉਂਕਿ ਇਹ ਚੀਜ਼ ਜ਼ਰੂਰੀ ਹੈ। ਇਹ ਚੀਜ਼ ਅਭਿਆਸ ਕਰਨ ਦੇ ਨਾਲ ਆਵੇਗੀ। ਜਦੋਂ ਤੁਸੀਂ ਹਰ ਰੋਜ਼ ਪ੍ਰਾਰਥਨਾ ਦੇ ਵਿੱਚ ਬੈਠੋਗੇ, ਅਭਿਆਸ ਕਰੋਗੇ ਇਸ ਚੀਜ਼ ਦਾ, ਤੇ ਫਿਰ ਤੁਹਾਡੀ ਜਿਹੜੀ ਮਦਦ ਤੁਹਾਡੀ ਪਰਮੇਸ਼ਰ ਵੱਲੋਂ ਆਟੋਮੈਟਿਕ ਹੋਣੀ ਸ਼ੁਰੂ ਹੋ ਜਾਵੇਗੀ। ਇਹ ਮਦਦ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ, ਤੁਹਾਨੂੰ ਇਸ ਚੀਜ਼ ਦੀ ਅਭਿਆਸ ਕਰਨ ਦੀ ਬੜੀ ਜ਼ਰੂਰਤ ਹੈ। ਸਭ ਤੋਂ ਵੱਡੀ ਚੀਜ਼, ਅਗਰ ਕਿਸੇ ਚੀਜ਼ ਦਾ ਤੁਹਾਨੂੰ ਨਹੀਂ ਪਤਾ ਚੱਲੇਗਾ ਤਾਂ ਸਾਡੇ ਗਰੁੱਪ ਬਣੇ ਨੇ, ਪਾਸਟਰਲ ਕੇਅਰ ਗਰੁੱਪ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿੱਥੇ ਕਿ ਅਸੀਂ ਸਾਰੇ ਭੈਣਾਂ ਭਰਾਵਾਂ ਦੀ ਦੇਖ ਰੇਖ ਕਰਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ। ਕਿਤੇ ਸਟਰਗਲ ਕਰ ਰਹੇ ਨੇ, ਕਿਤੇ ਉਹਨਾਂ ਨੂੰ ਕੁਝ ਪ੍ਰੋਬਲਮ ਆ ਰਹੀ ਹੈ, ਤਾਂ ਤੁਸੀਂ ਉਸ ਪਾਸਟਰਲ ਕੇਅਰ ਦਾ ਜਿਹੜਾ ਵੀ ਤੁਹਾਡਾ ਗਰੁੱਪ ਲੀਡਰ ਹੋਊਗਾ ਉਹ ਤੁਹਾਡੀ ਪੂਰੀ ਮਦਦ ਕਰੇਗਾ ਹਰ ਇੱਕ ਚੀਜ਼ ਦੇ ਉੱਤੇ। ਤੁਹਾਡੇ ਬੈਪਟਿਜ਼ਮੇ ਤੋਂ ਬਾਅਦ ਵੀ, ਤੁਹਾਡੀ ਪ੍ਰਾਰਥਨਾ ਦੇ ਵਿੱਚ ਵੀ, ਤੁਹਾਨੂੰ ਵਚਨ ਦੇ ਵਿੱਚ ਸਮਝ ਨਹੀਂ ਆ ਰਹੀ, ਵਚਨ ਦੇ ਵਿੱਚ ਵੀ, ਤੇ ਆਪ ਤੋਂ ਵੀ ਤੁਸੀਂ ਇੱਕ ਖਾਸ ਚੀਜ਼ ਕੀ ਕਰਨੀ ਹੈ ਕਿ ਜਿਹੜੀ ਪ੍ਰਭੂ ਦੇ ਲਈ ਉਹਦੀ ਵਰਸ਼ਿਪ ਹੈ, ਉਹਦੇ ਲਈ ਵੀ ਸਮਾਂ ਕੱਢੋ
ਤਾਂ ਜੋ ਫਿਰ ਤੁਹਾਡੀ ਜਿਹੜੀ ਵਰਸ਼ਿਪ ਹੈ ਉਹ ਵੀ ਤੁਹਾਨੂੰ ਕੀ ਹੈ ਹੋਰ ਉੱਪਰ ਚੱਕਣ ਦੇ ਵਿੱਚ ਕਾਮਯਾਬ ਹੋਵੇ। ਕਿਉਂ? ਕਿਉਂਕਿ ਜਿਹੜੀ ਪ੍ਰਭੂ ਦੀ ਵਰਸ਼ਿਪ ਕਰਨੀ ਹੈ, ਅਸੀਂ ਉਹਦੀ ਮਹਿਮਾ ਕਰਨੀ ਹੈ, ਇਹ ਵੀ ਇੱਕ ਫਲ ਹੈ। ਫਲਦਾਇਕ ਬਣਾਓ ਉਸ ਨੂੰ। ਜਦੋਂ ਅਸੀਂ ਵਰਸ਼ਿਪ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਵਰਸ਼ਿਪ ਦੇ ਦੌਰਾਨ ਵੀ ਅਸੀਂ ਆਪਣੇ ਜਿਹੜਾ ਇੱਕ ਬੂਟਾ ਲਾਇਆ ਮਸੀਹ ਦੇ ਵਿੱਚ, ਅਸੀਂ ਉਹਨੂੰ ਫਲਦਾਰ ਬਣਾਵਾਂਗੇ। ਤਾਂ ਫਲਦਾਇਕ ਹੋਣਾ ਬੜਾ ਜ਼ਰੂਰੀ ਹੈ। ਜਦੋਂ ਤੁਸੀਂ ਗੱਡੀ ਚਲਾਉਂਦੇ ਹੋ ਜਾਂ ਤੁਸੀਂ ਉਸ ਚੀਜ਼ ਦਾ ਕੀ ਕਰ ਸਕਦੇ ਹੋ, ਜਦੋਂ ਪਰਮੇਸ਼ਰ ਦੇ ਨਾਮ ਨੂੰ, ਇਹ ਨਹੀਂ ਸਿਰਫ ਕਿ ਤੁਸੀਂ ਸਮਾਂ ਕੱਢਿਆ ਰੂਮ ਦੇ ਵਿੱਚ ਬੈਠਣਾ ਹੈ, ਨਹੀਂ, ਤੁਸੀਂ ਗੱਡੀ ਚਲਾ ਰਹੇ ਹੋ ਜਾਂ ਤੁਸੀਂ ਬੱਸ ਦੇ ਵਿੱਚ ਬੈਠੇ ਹੋ, ਹੈੱਡਫੋਨ ਪਾਏ ਹੋਏ ਨੇ, ਤੁਸੀਂ ਕੀ ਉਹਦੀ ਵਰਸ਼ਿਪ ਨੂੰ ਸੁਣ ਸਕਦੇ ਹੋ, ਉਹਦੇ ਕਲਾਮ ਨੂੰ ਸੁਣ ਸਕਦੇ ਹੋ ਆਡੀਓ ਬਾਈਬਲ ਦੇ ਥਰੂ, ਤਾਂ ਕਿ ਤੁਸੀਂ ਹਰ ਸਮੇਂ ਉਹਦੇ ਨਾਮ ਦੇ ਵਿੱਚ ਜੁੜੇ ਰਹੋ। ਇਹ ਤੁਹਾਡੇ ਮੈਥਡ ਨੇ, ਇਹ ਤੁਹਾਡੀ ਇੱਕ ਤਰੀਕਾ ਹੋਵੇਗਾ ਕਿ ਜਿਸ ਤਰੀਕੇ ਨੂੰ ਤੁਸੀਂ ਪਸੰਦ ਕਰੋਗੇ ਕਿ ਹੈੱਡਫੋਨ ਲਾ ਕੇ ਜਾਂ ਆਪਣੇ ਆਪ 'ਚ ਗੁਣਗੁਣਾ ਕੇ ਵਰਸ਼ਿਪ ਕਰੋਗੇ, ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ, ਤੁਹਾਡੇ ਤੇ ਨਿਰਭਰ ਕਰਦਾ ਹੈ, ਜਿਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਵੀ ਲੱਗੇਗਾ ਇਸ ਚੀਜ਼ ਨੂੰ ਕਰਕੇ। ਕਿਉਂਕਿ ਜਦੋਂ ਤੁਹਾਨੂੰ ਸ਼ਾਂਤੀ ਮਿਲੇਗੀ ਤਾਂ ਤੁਹਾਨੂੰ ਚੰਗਾ ਲੱਗੇਗਾ ਤਾਂ ਆਰਾਮ ਵੀ ਮਿਲੇਗਾ। ਕਿਉਂਕਿ ਪਰਮੇਸ਼ਰ ਨੇ ਕਿਹਾ, ਸਾਰੇ ਥੱਕੇ ਹੋਏ ਹੋ ਮੇਰੇ ਕੋਲੇ ਆਓ, ਆਰਾਮ ਤੁਹਾਨੂੰ ਮੈਂ ਦੇਵਾਂਗਾ। ਉਹ ਆਰਾਮ ਫਿਰ ਤੁਹਾਨੂੰ ਕੀ ਹੈ, ਪਰਮੇਸ਼ਰ ਦੇਵੇਗਾ। ਇਹ ਤਿੰਨ ਤੁਹਾਡੇ ਜਿਹੜੇ ਨੇ ਕਿ ਆਤਮਿਕ ਜੀਵਨ ਦੇ ਥੰਮ ਨੇ। ਉਹ ਪਹਿਲਾ ਕੀ ਹੈ ਕਿ ਵਰਸ਼ਿਪ, ਬਾਈਬਲ, ਵਚਨ ਪੜ੍ਹਨਾ ਤੇ ਪ੍ਰਾਰਥਨਾ, ਇਹ ਤਿੰਨੋਂ ਹੀ ਤੁਹਾਡੇ ਥੰਮ ਨੇ। ਮੈਂ ਫਿਰ ਤੋਂ ਯਾਦ ਕਰਾ ਦੇਵਾਂ, ਵਰਸ਼ਿਪ, ਤੁਹਾਡੀ ਪ੍ਰਾਰਥਨਾ, ਤੁਹਾਡੇ ਬਾਈਬਲ ਦੇ ਨਾਲ ਜੋ ਵਚਨ ਤੁਸੀਂ ਪੜ੍ਹ ਰਹੇ ਹੋ, ਇਹ ਤਿੰਨੋਂ ਚੀਜ਼ਾਂ ਤੁਹਾਡੇ ਇੱਕ ਥੰਮ ਨੇ ਮਸੀਹ ਦੇ, ਜਿਹਦੇ ਵਿੱਚ ਤੁਸੀਂ ਬਣੇ ਰਹਿਣਾ। ਤੇ ਤਿੰਨੋਂ ਹੀ ਚੀਜ਼ਾਂ ਕਰਦੀਆਂ ਨੇ, ਕੋਈ ਇੱਕ ਨਹੀਂ, ਤਿੰਨੋਂ ਹੀ ਚੀਜ਼ਾਂ ਕਰੋਗੇ ਤਾਂ ਅੱਗੇ ਵੱਧਦੇ ਜਾਓਗੇ। ਤਾਂ ਉਸ ਦੇ ਵਿੱਚ ਦੂਸਰੀ ਗੱਲ ਕੀ ਹੈ, ਦੂਸਰੀ ਚੀਜ਼ ਦੇ ਵਿੱਚ ਕੀ ਹੈ, ਚਰਚ ਹੁਣ ਤੁਹਾਡਾ ਪਰਿਵਾਰ ਹੈ। ਜਿਹੜੀ ਚਰਚ ਦੇ ਵਿੱਚ ਤੁਹਾਨੂੰ ਹੁਣ ਹਾਊਸ ਆਫ ਗਲੋਰੀ ਦੇ ਵਿੱਚ ਬੈਪਟਿਸਮਾ ਹੋਇਆ, ਤਾਂ ਇਹ ਤੁਹਾਡੀ ਇੱਕ ਕੀ ਹੈ, ਇੱਕ ਤੁਹਾਡਾ ਪਰਿਵਾਰ ਹੈ। ਇਸ ਲਈ ਤੁਹਾਡੀ ਸਾਰੇ ਜਿੰਨੇ ਵੀ ਚਰਚ ਦੇ ਮੈਂਬਰ ਨੇ ਉਹ ਤੁਹਾਡੇ ਭੈਣ ਤੇ ਭਰਾ ਨੇ। ਤਾਂ ਉਹਨਾਂ ਦੇ ਨਾਲ ਮਿਲਣ ਦਾ ਇੱਕ ਉਤਸ਼ਾਹ ਹੈ ਜਿਹੜਾ ਤੁਹਾਡੇ ਵਿੱਚ ਹੋਣਾ ਚਾਹੀਦਾ। ਜਦੋਂ ਵੀ ਸੰਡੇ ਨੂੰ, ਬੁੱਧਵਾਰ ਨੂੰ, ਵੀਰਵਾਰ ਨੂੰ, ਜਦੋਂ ਵੀ ਸਾਡੀਆਂ ਮੀਟਿੰਗਸ ਹੁੰਦੀਆਂ ਨੇ, ਤਾਂ ਉਹਨਾਂ ਨੂੰ ਮਿਲਣ ਦੇ ਲਈ ਇੱਕ ਉਤਸ਼ਾਹ ਦੇ ਵਿੱਚ ਰਿਹਾ ਕਰੋ ਕਿ ਹਾਂ, ਅਸੀਂ ਉਸ ਸਥਾਨ ਤੇ ਜਾਵਾਂਗੇ ਤੇ ਸ਼ਕਤੀਸ਼ਾਲੀ ਪਰਮੇਸ਼ਰ ਦੇ ਵਚਨ ਦੇ ਉਪਦੇਸ਼ ਨੂੰ ਸੁਣਾਂਗੇ। ਉਸ ਉਤਸ਼ਾਹ ਦੇ ਵਿੱਚ ਰਹੋ ਕਿ ਅੱਜ ਪਰਮੇਸ਼ਰ ਦੇ ਕਲਾਮ ਨੂੰ ਅਸੀਂ ਸੁਣਨ ਚੱਲੇ ਹਾਂ ਤੇ ਅਸੀਂ ਵਰਸ਼ਿਪ ਕਰਨ ਚੱਲੇ ਹਾਂ ਪਰਮੇਸ਼ਰ ਦੀ। ਤਾਂ ਜੋ ਉਸ ਹਰ ਇੱਕ ਹਿੱਸੇ ਦੇ ਵਿੱਚ ਜਿਹੜਾ ਚਰਚ ਦੇ ਵਿੱਚ ਉਸ ਸਮੇਂ ਚੱਲਣਾ ਹੈ, ਉਹ ਚਾਹੇ ਪ੍ਰਾਰਥਨਾ ਹੋਣੀ ਹੈ, ਪ੍ਰੀ ਸਰਵਿਸ ਪ੍ਰੇਅਰ ਦੀ ਹੋਣੀ ਹੈ, ਚਾਹੇ ਉਹ ਵਰਸ਼ਿਪ ਹੋਣੀ ਹੈ, ਚਾਹੇ ਉੱਥੇ ਹੋਰ ਵੀ ਗੱਲਾਂ ਬਾਤਾਂ ਹੋਣੀਆਂ ਨੇ, ਚਾਹੇ ਉੱਥੇ ਖੁਦਾ ਦਾ ਕਲਾਮ ਵੀ ਵੰਡਿਆ ਜਾਣਾ, ਉਹ ਸਾਰੀਆਂ ਚੀਜ਼ਾਂ ਦੇ ਲਈ ਇੱਕ ਉਤਸ਼ਾਹ ਜਿਹੜਾ ਤੁਹਾਡੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਕਿਉਂ? ਕਿਉਂਕਿ ਇਹ ਸਭਨਾਂ ਹੀ ਚੀਜ਼ਾਂ ਸਾਨੂੰ ਪਰਮੇਸ਼ਰ ਦੇ ਵਿੱਚ ਅੱਗੇ ਵਧਣ ਦੇ ਵਿੱਚ ਮਦਦ ਤੇ ਸਹਾਇਤਾ ਕਰਦੀਆਂ। ਇਹ ਸਾਡੀ ਮਦਦ ਸਹਾਇਤਾ ਪਰਮੇਸ਼ਰ ਵੱਲੋਂ ਆਵੇਗੀ। ਇੱਕ ਖਾਸ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਮਸੀਹ ਜ਼ਿੰਦਗੀ ਦੇ ਵਿੱਚ ਇੱਕ ਚਰਚ ਦਾ ਹਿੱਸਾ ਬਣ ਜਾਂਦੇ ਹੋ ਤੇ ਉੱਥੇ ਚੱਲਣਾ ਸ਼ੁਰੂ ਕਰ ਦਿੰਦੇ ਹੋ, ਤਾਂ ਪਰਮੇਸ਼ਰ ਦੀ ਰੂਹ ਵੀ ਤੁਹਾਨੂੰ ਗਾਈਡ ਕਰੇਗੀ। ਤੇ ਹੋ ਸਕਦਾ ਹੈ ਤੁਹਾਡਾ ਜਿਹੜਾ ਜ਼ਿੰਦਗੀ ਦਾ ਲਾਈਫ ਪਾਰਟਨਰ ਹੈ, ਤੁਹਾਡੀ ਉਹ ਪਤਨੀ ਜਾਂ ਪਤੀ ਵੀ ਤੁਹਾਨੂੰ ਉੱਥੋਂ ਮਿਲ ਸਕਦਾ ਹੈ। ਪਤੀ ਜਾਂ ਪਤਨੀ ਵੀ ਤੁਹਾਡਾ ਲਾਈਫ ਪਾਰਟਨਰ, ਉਹ ਚਾਹੇ ਕੁੜੀ ਹੈ ਚਾਹੇ ਮੁੰਡਾ, ਜਿਸ ਨੂੰ ਵੀ, ਉਹ ਤੁਹਾਨੂੰ ਉਸ ਚਰਚ ਦੇ ਵਿੱਚੋਂ ਵੀ ਮਿਲ ਸਕਦਾ ਹੈ, ਹਾਊਸ ਆਫ ਗਲੋਰੀ ਦੇ ਵਿੱਚੋਂ ਵੀ ਮਿਲ ਸਕਦਾ ਹੈ। ਹਾਲੇਲੂਇਆ। ਤੇ ਉਸ ਦੇ ਵਿੱਚ ਤੀਸਰਾ ਪੁਆਇੰਟ ਕੀ ਆ? ਤੀਸਰਾ ਪੁਆਇੰਟ ਇਹ ਹੈ ਕਿ ਜਿਹੜਾ ਪਾਸਟਰਲ ਕੇਅਰ ਗਰੁੱਪ ਸਾਡਾ ਬਣਿਆ ਹੋਇਆ ਹੈ, ਜਿਹਨੂੰ ਅਸੀਂ ਦੇਖਭਾਲ ਦਾ ਗਰੁੱਪ ਵੀ ਕਹਿ ਦਿੰਦੇ ਹਾਂ, ਉਹ ਦੇਖਭਾਲ ਦੇ ਗਰੁੱਪ ਦੇ ਵਿੱਚ ਤੁਸੀਂ ਆਪਣੇ ਜਿਹੜਾ ਤੁਹਾਡਾ ਗਰੁੱਪ ਲੀਡਰ ਹੈ ਉਹਦੇ ਪ੍ਰਤੀ ਇੱਕ ਕੀ ਹੈ, ਵਫਾਦਾਰ ਰਹੋ। ਉਹਦੇ ਪ੍ਰਤੀ ਤੁਸੀਂ ਕੀ ਹੈ, ਉਹਦੀ ਜ਼ਿੰਮੇਵਾਰੀ ਨੂੰ ਸਮਝੋ, ਉਹਦੀ ਇੱਜ਼ਤ ਕਰੋ, ਉਹਦੀ ਰਿਸਪੈਕਟ ਕਰੋ। ਜੋ ਵੀ ਉਹ ਤੁਹਾਨੂੰ ਕਹਿੰਦਾ ਹੈ ਤੁਸੀਂ ਉਹ ਕਰੋ। ਅਗਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਤੁਸੀਂ ਉਸ ਨੂੰ ਕਹਿ ਸਕਦੇ ਹੋ, ਕਿਉਂਕਿ ਉਹ ਉਸ ਸਮੇਂ ਤੁਹਾਨੂੰ ਤੁਹਾਡੇ ਤੇ ਇੱਕ ਲੀਡਰ ਠਹਿਰਾਇਆ ਗਿਆ ਹੈ ਜੋ ਤੁਹਾਨੂੰ ਬੁਲਾਵੇਗਾ, ਤੁਹਾਨੂੰ ਪਿਆਰ ਵੀ ਕਰੇਗਾ, ਉਹ ਹਰ ਇੱਕ ਚੀਜ਼ ਤੁਹਾਡੀ ਰੂਹਾਨੀ ਦੇਖਭਾਲ ਵੀ ਕਰੇਗਾ ਤੇ ਤੁਹਾਡੀ ਸਹਾਇਤਾ ਵੀ ਕਰੇਗਾ, ਰੂਹਾਨੀ ਤੌਰ ਤੇ ਵੀ ਤੇ ਇੱਕ ਆਮ ਜ਼ਿੰਦਗੀ ਦੇ ਵਿੱਚ ਵੀ। ਅਗਰ ਕਿਸੇ ਚੀਜ਼ ਦੇ ਵਿੱਚ ਤੁਸੀਂ ਸਟਰਗਲ ਕਰ ਰਹੇ ਹੋ ਤਾਂ ਉਸ ਸਮੇਂ ਫਿਰ ਉਹ ਤੁਹਾਡੀ ਕੀ ਹੈ, ਮਦਦ ਸਹਾਇਤਾ ਕਰੇਗਾ। ਹਾਲੇਲੂਇਆ। ਇੱਕ ਖਾਸ ਆਗੂ ਹੈ ਜਿਹੜਾ ਇਹ ਤੁਹਾਡੇ ਲਈ ਦਿੱਤਾ ਗਿਆ ਹੈ ਕਿ ਤੁਹਾਡੀ ਉਹ ਮਦਦ ਸਹਾਇਤਾ ਕਰ ਸਕੇ। ਉਹ ਤੁਹਾਡੇ ਲਈ ਪ੍ਰਾਰਥਨਾ ਵੀ ਕਰੇਗਾ। ਅਗਰ ਤੁਹਾਨੂੰ ਪ੍ਰਾਰਥਨਾ ਦੀ ਜ਼ਰੂਰਤ ਹੈ ਤਾਂ ਤੁਹਾਡੇ ਲਈ ਪਰਸਨਲੀ ਪ੍ਰਾਰਥਨਾ ਵੀ ਕੀਤੀ ਜਾਵੇਗੀ। ਜਿਸ ਵੀ ਚੀਜ਼ ਦੇ ਲਈ ਉਹ ਤੁਹਾਡਾ ਮਾਰਗਦਰਸ਼ਨ ਵੀ ਹੋਵੇਗਾ, ਉਹ ਤੁਹਾਨੂੰ ਰਾਹ ਵੀ ਦਿਖਾ ਸਕਦਾ ਹੈ। ਜਿਸ ਵੀ ਰਾਹ ਦੇ ਵਿੱਚ ਅਗਰ ਤੁਸੀਂ ਸਹੀ ਨਹੀਂ ਹੋ, ਅਗਰ ਤੁਹਾਨੂੰ ਸਹੀ ਰਾਹ ਦੀ, ਸਹੀ ਮਾਰਗਦਰਸ਼ਨ ਦੀ ਲੋੜ ਹੈ, ਤਾਂ ਮਾਰਗਦਰਸ਼ਨ ਵੀ ਤੁਹਾਨੂੰ ਕੀ ਹੈ, ਉਸ ਸਮੇਂ ਉਹ ਦੇਖਭਾਲ ਦਾ ਲੀਡਰ ਹੈ ਜਿਹੜਾ ਦਿਖਾ ਸਕਦਾ ਹੈ। ਤਾਂ ਉਹਦੇ ਪ੍ਰਤੀ ਤੁਸੀਂ ਕੀ ਹੈ, ਉਹਨੂੰ ਤੁਸੀਂ ਵੀ ਪਿਆਰ ਕਰੋ। ਅਗਰ ਉਹ ਤੁਹਾਨੂੰ ਪਿਆਰ ਕਰੇਗਾ ਤਾਂ ਤੁਸੀਂ ਵੀ ਪਿਆਰ ਕਰੋ। ਜਿਵੇਂ ਪਰਮੇਸ਼ਰ ਦਾ ਵਚਨ ਵੀ ਕਹਿੰਦਾ ਹੈ ਕਿ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ, ਤੁਸੀਂ ਵੀ ਆਪਣੇ ਗੁਆਂਢੀ ਨਾਲ ਉਸੇ ਤਰ੍ਹਾਂ ਪਿਆਰ ਕਰੋ। ਤੇ ਜਿਵੇਂ ਉਹ ਤੁਹਾਨੂੰ ਗਰੁੱਪ ਲੀਡਰ ਪਿਆਰ ਕਰੇਗਾ, ਤੁਸੀਂ ਵੀ ਉਸ ਨੂੰ ਉਸੇ ਤਰ੍ਹਾਂ ਪਿਆਰ ਕਰੋ, ਤਾਂ ਜੋ ਤੁਸੀਂ ਇੱਕ ਦੂਸਰੇ ਦੇ ਨਾਲ ਮਿਲ ਕੇ ਇੱਕ ਦੂਜੇ ਦੀ ਮਦਦ ਕਰ ਪਾਓਗੇ। ਤੇ ਜ਼ਿਆਦਾ ਦਿਲਚਸਪੀ ਜਿਹੜੀ ਤੁਹਾਡੇ ਉਸ ਗਰੁੱਪ ਲੀਡਰ ਦੇ ਨਾਲ ਹੋਣੀ ਜ਼ਰੂਰੀ ਹੈ, ਅਟੈਚਮੈਂਟ ਹੋਣੀ ਜ਼ਰੂਰੀ ਹੈ, ਤਾਂ ਕਿ ਤੁਹਾਨੂੰ ਹਰ ਪਹਿਲੂ ਦੇ ਉੱਤੇ ਕੀ ਹੈ, ਗਾਈਡ ਕਰ ਸਕੇ। ਉਸ ਦੇ ਵਿੱਚ ਚੌਥਾ ਪੁਆਇੰਟ ਆਉਂਦਾ
ਅਲਫਾ ਕੋਰਸ। ਜਦੋਂ ਅਸੀਂ ਪਾਣੀ ਦਾ ਬਪਤਿਸਮਾ ਲੈ ਲੈਂਦੇ ਆ ਤਾਂ ਅਸੀਂ ਚਰਚ ਦੇ ਮਕਸਦ ਦੇ ਮੁਤਾਬਕ ਚੱਲਣਾ ਸ਼ੁਰੂ ਕਰ ਦਿੰਦੇ ਆ। ਜਿਵੇਂ ਕਿ ਸਾਡੀ ਚਰਚ ਦਾ ਮਕਸਦ ਹੈ, ਠੀਕ ਹੈ, ਉਹਦੇ ਵਿੱਚ ਲਿਖਿਆ ਕਿ 1 ਪਤਰਸ ਉਹਦੀ 2 ਦੀ 5, ਉਹਦੇ ਵਿੱਚ ਕੀ ਲਿਖਿਆ ਹੈ ਕਿ ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੀ ਨਿਆਈ ਹੋ ਕੇ ਆਤਮਿਕ ਘਰ ਉਸਾਰਦੇ ਜਾਓ ਕਿ ਜਾਤਕਾਂ ਦੀ ਪਵਿੱਤਰਤਾਈ ਮੰਡਲੀ ਬਣੋ, ਤਾਂ ਜੋ ਤੁਸੀਂ ਉਹ ਆਤਮਿਕ ਬਲੀਦਾਨ ਚੜਾਓ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਪਾਉਂਦੇ ਹਨ। ਹਾਲੇਲੂਇਆ। ਤਾਂ ਇਹ ਸਾਡੀ ਆਪਣੀ ਚਰਚ ਦਾ ਹਾਊਸ ਆਫ ਗਲੋਰੀ ਦਾ ਮਕਸਦ ਹੈ। 1 ਪਤਰਸ ਉਹਦੀ 2 ਦੀ 5, ਉਹਦੇ ਮੁਤਾਬਕ ਅਸੀਂ ਚੇਲਿਆਂ ਦੀ ਟ੍ਰੇਨਿੰਗ ਦਿੰਦੇ ਆ, ਤੇ ਜਿਹਦਾ ਪਹਿਲਾ ਹਿੱਸਾ ਹੈ ਅਲਫਾ ਕੋਰਸ। ਅਲਫਾ ਕੋਰਸ ਦੇ ਵਿੱਚ ਕੀ ਹੈ, ਜਿੱਥੇ ਸਾਨੂੰ ਸ਼ੁਰੂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਅਸੀਂ ਪਰਮੇਸ਼ਰ ਦੇ ਬਾਰੇ ਕਿਸ ਤਰ੍ਹਾਂ ਜਾਣ ਸਕਦੇ ਹਾਂ, ਕਿ ਯਿਸੂ ਕੌਣ ਸੀ, ਜਾਂ ਯਿਸੂ ਮਸੀਹ ਸਾਡੇ ਲਈ ਕਿਉਂ ਮਰੇ, ਜਾਂ ਪਵਿੱਤਰ ਆਤਮਾ ਕੀ ਹੈ, ਜਾਂ ਪਵਿੱਤਰ ਆਤਮਾ ਕੀ ਕਰ ਸਕਦੀ ਹੈ, ਜਾਂ ਅਸੀਂ ਸ਼ੈਤਾਨ ਨਾਲ ਕਿਵੇਂ ਲੜ ਸਕਦੇ ਹਾਂ, ਜਾਂ ਚਰਚ ਦਾ ਕੀ ਮਕਸਦ ਹੈ, ਜਾਂ ਚਰਚ ਦੇ ਬਾਰੇ ਅਸੀਂ ਕੀ ਜਾਣਨਾ ਚਾਹੁੰਦੇ ਹਾਂ, ਠੀਕ ਹੈ, ਅਸੀਂ ਬਾਈਬਲ ਕਿਵੇਂ ਪੜ੍ਹ ਸਕਦੇ ਹਾਂ, ਕਿਉਂ ਪੜ੍ਹ ਸਕਦੇ ਹਾਂ, ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ, ਅਸੀਂ ਉਹ ਸਾਰੀਆਂ ਚੀਜ਼ਾਂ ਕੀ ਸਾਨੂੰ ਅਲਫਾ ਕੋਰਸ ਦੇ ਦੁਆਰਾ ਸਾਨੂੰ ਦਿੱਤੀਆਂ ਜਾਂਦੀਆਂ ਹਨ। ਹਰ ਮੈਂਬਰ ਦਾ ਜਿਹੜਾ ਜੀਵਨ ਹੈ ਉਹ ਪੂਰਾ ਕਰਨ ਦੇ ਲਈ ਸਾਡੇ ਕੋਲੇ 4 ਪੜਾਅ ਨੇ, ਜਿਹੜੇ 1 ਪਤਰਸ 2 ਦੀ 5 ਦੇ ਮੁਤਾਬਕ ਹਾਊਸ ਆਫ ਗਲੋਰੀ ਚਰਚ ਨੂੰ ਦਿੱਤੇ ਗਏ ਨੇ ਖੁਦਾ ਦੇ ਵੱਲੋਂ। 4 ਪੜਾਅ ਨੇ, ਉਹਦੇ ਵਿੱਚੋਂ ਪਹਿਲਾ ਅਲਫਾ ਕੋਰਸ ਤੇ 3 ਪੜਾਅ ਹੋਰ ਨੇ, ਸਟੇਜ 2, ਸਟੇਜ 3 ਤੇ ਸਟੇਜ 4, ਜਿਹੜੇ 4 ਪੜਾਅ ਨੇ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕੀ ਹੈ ਮਜ਼ਬੂਤ ਕਰੋਗੇ। ਅਗਰ ਤੁਸੀਂ ਇਹਨਾਂ ਦੇ ਵਿੱਚੋਂ ਇੱਕ ਵੀ ਪੜਾਅ ਨਹੀਂ ਕਰਦੇ ਤਾਂ ਤੁਸੀਂ ਆਪਣੀ ਜਿਹੜੀ ਮਜ਼ਬੂਤ ਗੜ ਹੈ, ਇੱਕ ਕਹ ਲਓ ਨਿਉ ਆ ਇੱਕ ਸਾਡੀ, ਉਹ ਮਜ਼ਬੂਤ ਨਾਲ ਅਸੀਂ ਨਹੀਂ ਤਰਦੇ। ਅਗਰ ਤੁਸੀਂ ਉਹਨਾਂ ਅਲਫਾ ਕੋਰਸ ਨੂੰ ਨਹੀਂ ਕਰਨਾ ਚਾਹੁੰਦੇ, ਅਗਰ ਤੁਹਾਡਾ ਮਕਸਦ ਕੁਝ ਹੋਰ ਹੈ, ਸਿਰਫ ਪਾਣੀ ਦਾ ਬਪਤਿਸਮਾ ਹੀ ਲੈਣਾ ਚਾਹੁੰਦੇ ਸੀ, ਅਗਰ ਤੁਹਾਡਾ ਕੁਝ ਮਕਸਦ ਹੋਰ ਹੈ, ਅਗਰ ਤੁਸੀਂ ਅਲਫਾ ਕੋਰਸ ਨਹੀਂ ਵੀ ਕਰੋਗੇ ਤਾਂ ਇਸ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਅਸੀਂ ਤੁਹਾਨੂੰ ਪਿਆਰ ਨਹੀਂ ਕਰਾਂਗੇ। ਅਸੀਂ ਤੁਹਾਨੂੰ ਫਿਰ ਵੀ ਪਿਆਰ ਕਰਾਂਗੇ, ਤੁਹਾਡਾ ਉਸੇ ਤਰ੍ਹਾਂ ਹੀ ਸਵਾਗਤ ਵੀ ਕਰਾਂਗੇ, ਤੇ ਪਰ ਅਗਰ ਤੁਸੀਂ ਅਲਫਾ ਕੋਰਸ ਕਰਦੇ ਹੋ ਤਾਂ ਇਸ ਦਾ ਸਾਨੂੰ ਨਹੀਂ ਤੁਹਾਨੂੰ ਵੀ ਫਾਇਦਾ ਹੈ। ਕਿਉਂਕਿ ਤੁਹਾਨੂੰ ਇੱਕ ਰੂਹਾਨੀ ਤੌਰ ਤੇ ਉਹਨੂੰ ਜਾਣਨ ਦੀ ਇੱਕ ਇੱਛਾ ਜਿਹੜੀ ਤੇ ਇੱਕ ਜਾਣਨ ਦਾ ਜਿਹੜਾ ਤਰੀਕਾ ਹੈ ਉਹ ਤੁਹਾਨੂੰ ਪਤਾ ਚੱਲੇਗਾ ਤੁਹਾਡੇ ਦਿਲ ਤੋਂ, ਰੂਹਾਨੀ ਤੌਰ ਤੇ, ਆਤਮਿਕ ਤੌਰ ਤੇ, ਕਿ ਹਾਂ ਮੈਨੂੰ ਇਹ ਚੀਜ਼ਾਂ ਬਾਰੇ ਜਾਣ ਕੇ ਪਤਾ ਲੱਗਿਆ ਕਿ ਯਿਸੂ ਕੌਣ ਸੀ ਜਾਂ ਸਾਡੇ ਲਈ ਕਿਉਂ ਮਰੇ। ਸਹੀ ਗੱਲ ਹੈ, ਇਹ ਸਾਰੀਆਂ ਚੀਜ਼ਾਂ ਅਲਫਾ ਕੋਰਸ ਦੇ ਵਿੱਚ ਨੇ, ਤੇ ਮੈਂ ਤੁਹਾਨੂੰ ਸਭ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਕਰੋ। ਅਲਫਾ ਕੋਰਸ ਨੂੰ ਜਦੋਂ ਵੀ ਅਸੀਂ ਪਾਣੀ ਦਾ ਬਪਤਿਸਮਾ ਲੈਂਦੇ ਆ ਤਾਂ ਸਾਡਾ ਜਿਹੜਾ ਪਹਿਲਾ ਪੜਾਅ ਉਹਨੂੰ ਜ਼ਰੂਰ ਕਰੋ, ਤਾਂ ਕਿ ਤੁਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਅੱਗੇ ਵਧ ਸਕੋ। ਥੈਂਕ ਯੂ। ਅੱਗੇ ਜਿਵੇਂ ਕਿ ਅਸੀਂ ਦੇਖਦੇ ਆ ਚਰਚ ਦੇ ਨਾਲ ਸਾਡਾ ਕਿੱਦਾਂ ਦਾ ਵਿਵਹਾਰ ਹੋਣਾ ਚਾਹੀਦਾ ਹੈ। ਜਿੱਦਾਂ ਕਿ ਅਸੀਂ ਬਪਤਿਸਮਾ ਲੈ ਲਿਆ, ਹੁਣ ਅਸੀਂ ਚਰਚ ਦੇ ਇੱਕ ਮੈਂਬਰ ਬਣ ਚੁੱਕੇ ਆ, ਅਸੀਂ ਉਸ ਪਰਿਵਾਰ ਦੇ ਮੈਂਬਰ ਬਣ ਚੁੱਕੇ ਆ ਜੋ ਮਸੀਹੀ ਪਰਿਵਾਰ ਕਹਾਉਂਦਾ ਹੈ। ਅਸੀਂ ਚਰਚ ਦੇ ਵਿੱਚ ਆਪਣੇ ਵਿਵਹਾਰ ਨੂੰ ਭੈਣ ਭਰਾਵਾਂ ਦੇ ਨਾਲ ਕਿੱਦਾਂ ਪੇਸ਼ ਕਰਨਾ ਹੈ, ਔਰ ਜਾਂ ਭੈਣ ਭਰਾ ਸਾਡੇ ਨਾਲ ਕਿਸ ਤਰ੍ਹਾਂ ਉਤਸ਼ਾਹਿਤ ਹੋ ਕੇ ਮਿਲਦੇ ਆ, ਉਹ ਸਾਡੇ ਦਿਲ ਨੂੰ ਕਿਸ ਤਰ੍ਹਾਂ ਖੁਸ਼ੀ ਦਿੰਦਾ ਹੈ ਜਾਂ ਆਨੰਦ ਦਿੰਦਾ ਹੈ, ਉਹ ਸਾਨੂੰ ਦੇਖਣਾ ਹੈ। ਔਰ ਦੂਸਰਾ ਕਿ ਅਸੀਂ ਇਸ ਦੇ ਵਿੱਚ ਇਹ ਵੀ ਦੇਖ ਲਿਆ ਕਿ ਜਿਸ ਤਰ੍ਹਾਂ ਇਹ ਇੱਕ ਪਰਿਵਾਰ ਹੈ, ਇੱਕ ਘਰ ਹੈ, ਅਸੀਂ ਇਸ ਦੇ ਵਿੱਚ ਕੁਝ ਡਿਊਟੀਜ਼ ਲਗਾਉਂਦੇ ਆ ਇਸ ਘਰ ਨੂੰ ਸਾਫ਼ ਰੱਖਣ ਦੇ ਲਈ, ਤਾਂ ਕਿ ਸਫਾਈ ਰਹੇ, ਕਲੀਨ ਰਹੇ। ਔਰ ਇਸ ਨੂੰ ਅਸੀਂ ਇਹ ਵੀ ਦੇਖਦੇ ਆ ਕਿ ਜਿਵੇਂ ਕਿ ਅਸੀਂ ਆਪਣੇ ਘਰ ਨੂੰ ਸਾਫ਼ ਰੱਖਦੇ ਆ, ਉਸੇ ਹੀ ਤਰ੍ਹਾਂ ਅਸੀਂ ਆਪਣੇ ਚਰਚ ਨੂੰ, ਇਸ ਖੁਦਾ ਦੇ ਘਰ ਨੂੰ ਸਾਫ਼ ਰੱਖਣਾ ਹੈ। ਇਹ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ, ਜੋ ਕਿ ਅਸੀਂ ਚਰਚ ਦੇ ਮੈਂਬਰ ਹੋਣ ਦੇ ਨਾਤੇ ਜਦੋਂ ਵੀ ਸਾਡੀ ਡਿਊਟੀ ਲਗਾਈ ਜਾਂਦੀ ਹੈ, ਸਾਨੂੰ ਉਸ ਡਿਊਟੀ ਨੂੰ ਪੂਰੇ ਉਤਸ਼ਾਹ ਨਾਲ ਕਰਨਾ ਚਾਹੀਦਾ ਹੈ, ਪੂਰੇ ਆਪਣੇ ਦਿਲ ਤੋਂ ਕਰਨਾ ਚਾਹੀਦਾ ਹੈ। ਸਾਨੂੰ ਦੁਖੀ ਹੋ ਕੇ ਨਹੀਂ ਕਰਨਾ ਚਾਹੀਦਾ ਕਿ ਅੱਜ ਮੇਰੀ ਭਾਂਡਿਆਂ ਦੀ ਡਿਊਟੀ ਲਗਾ ਦਿੱਤੀ ਜਾਂ ਮੈਨੂੰ ਵਾਸ਼ਰੂਮ ਸਾਫ਼ ਕਰਨ ਨੂੰ ਕਹਿ ਦਿੱਤਾ, ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ, ਬਲਕਿ ਪੂਰੇ ਦਿਲ ਤੋਂ ਕਰੋ, ਤਾਂ ਜੋ ਅਸੀਂ ਇਹਨਾਂ ਛੋਟੇ ਛੋਟੇ ਕੰਮਾਂ ਦੇ ਵਿੱਚ ਅਗਰ ਆਪਣੀ ਵਫਾਦਾਰੀ ਨੂੰ ਵਿਖਾਉਂਦੇ ਆ ਤਾਂ ਪਰਮੇਸ਼ਰ ਸਾਡੀ ਵਫਾਦਾਰੀ ਨੂੰ ਦੇਖਦਾ ਹੈ। ਕਿਉਂ ਜੋ ਖੁਦਾ ਦੇ ਕਲਾਮ 'ਚ ਲਿਖਿਆ ਕਿ ਖੁਦਾ ਦੀ ਨਜ਼ਰ ਹਮੇਸ਼ਾ ਸਾਡੇ ਉੱਤੇ ਲੱਗੀ ਰਹਿੰਦੀ ਹੈ, ਤੇ ਉਹ ਸਾਡੀ ਇਸ ਵਫਾਦਾਰੀ ਨੂੰ ਵੀ ਦੇਖਦਾ ਹੈ। ਔਰ ਜਦੋਂ ਖੁਦਾ ਸਾਡੀ ਵਫਾਦਾਰੀ ਨੂੰ ਵੇਖਦਾ ਹੈ ਤਾਂ ਕੀ ਹੁੰਦਾ ਹੈ, ਖੁਦਾ ਸਾਨੂੰ ਵੱਡੇ ਕੰਮ ਸੌਂਪਦਾ ਹੈ, ਔਰ ਉਹ ਜ਼ਿਆਦਾ ਵਫਾਦਾਰ ਹੋਣਾ ਸਾਨੂੰ ਸਿਖਾਉਂਦੇ ਆ ਇਹਨਾਂ ਛੋਟੀਆਂ ਛੋਟੀਆਂ ਡਿਊਟੀਆਂ ਦੇ ਰਾਹੀਂ। ਔਰ ਜਦੋਂ ਖੁਦਾਵੰਦ ਸਾਨੂੰ ਆਪਣੇ ਵੱਡੇ ਕੰਮ ਸੌਂਪਦਾ ਹੈ ਤਾਂ ਅਸੀਂ ਉਹਨਾਂ ਵੱਡੇ ਕੰਮਾਂ ਨੂੰ ਵੀ ਉਸੇ ਹੀ ਵਫਾਦਾਰੀ ਨਾਲ ਕਰਦੇ ਆ, ਔਰ ਇੱਕ ਸੱਚੇ ਔਰ ਇੱਕ ਅੱਛੇ ਵਿਸ਼ਵਾਸੀ ਬਣਦੇ ਆ ਅਸੀਂ। ਅੱਗੇ ਅਸੀਂ ਦੇਖਦੇ ਆ ਕਿ ਜਿੱਦਾਂ ਕਿ ਸਾਡੀ ਬੁੱਧਵਾਰ ਦੀ ਮੀਟਿੰਗ ਆਉਂਦੀ ਹੈ, ਬੁੱਧਵਾਰ ਸ਼ਾਮ ਨੂੰ ਸਾਡੀ ਜੋ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਇੱਕ ਸਾਡੇ ਕੋਲ ਅੱਛਾ ਮੌਕਾ ਹੈ ਖੁਦਾਵੰਦ ਦੇ ਕਲਾਮ ਨੂੰ ਹੋਰ ਸਿੱਖਣ ਦਾ, ਸਟੱਡੀ ਕਰਨ ਦਾ, ਖੁਦਾ ਦੇ ਨਾਲ ਹੋਰ ਜੁੜਨ ਦਾ। ਔਰ ਜਿੱਦਾਂ ਕਿ ਉਸ ਮੀਟਿੰਗ ਦੇ ਵਿੱਚ
ਲੰਡਨ ਤੋਂ ਜਾਂ ਪੰਜਾਬ ਤੋਂ ਜਾਂ ਪਾਕਿਸਤਾਨ ਤੋਂ ਵੱਖ-ਵੱਖ ਏਰੀਏ ਤੋਂ ਇਸ ਤਰ੍ਹਾਂ 10 ਲੋਕ ਸਾਡੇ ਨਾਲ ਜੁੜਦੇ ਆ ਔਰ ਉਹ ਸਾਨੂੰ ਖੁਦਾ ਦੇ ਕਲਾਮ ਦੇ ਬਾਰੇ ਗਾਈਡ ਕਰਦੇ ਆ। ਨਵੀਆਂ ਗੱਲਾਂ ਸਾਨੂੰ ਖੁਦਾ ਦੇ ਕਲਾਮ ਚੋਂ ਸਿੱਖਣ ਨੂੰ ਮਿਲਦੀਆਂ ਨੇ। ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਕਲਾਮ ਨਾਲ ਜੁੜੀਏ ਔਰ ਅਗਰ ਸਾਡੇ ਕੋਲ ਫੇਸਬੁੱਕ ਅਕਾਊਂਟ ਨਹੀਂ ਆ ਤਾਂ ਅਸੀਂ ਉਸ ਨੂੰ ਬਣਾਈਏ ਤਾਂ ਜੋ ਅਸੀਂ ਖੁਦਾ ਦੀ ਹਰ ਇੱਕ ਆਸ਼ੀਸ਼ ਔਰ ਬਰਕਤ ਤੋਂ ਵਾਂਝੇ ਨਾ ਰਹੀਏ। ਅਸੀਂ ਹਰ ਉਹ ਗੱਲ ਜੋ ਖੁਦਾ ਸਾਨੂੰ ਸਿਖਾਉਣੀ ਚਾਹੁੰਦਾ ਹੈ ਅਸੀਂ ਉਸ ਨੂੰ ਸਿੱਖ ਪਾਈਏ। ਅਸੀਂ ਕਿਸੇ ਵੀ ਗੱਲ ਤੋਂ ਵਾਂਝੇ ਨਾ ਰਹੀਏ ਕਿਉਂ ਜੋ ਜਦੋਂ ਖੁਦਾ ਨੇ ਸਾਨੂੰ ਚੁਣਿਆ ਅਸੀਂ ਉਹਦੇ ਇੱਕ ਸੈਨਿਕ ਬਣਦੇ ਹਾਂ ਤਾਂ ਖੁਦਾ ਆਪਣੇ ਕਲਾਮ ਦੇ ਦੁਆਰਾ ਹੀ ਸਾਨੂੰ ਅੱਗੇ ਵਧਾਉਂਦਾ ਹੈ। ਕਲਾਮ ਦੇ ਦੁਆਰਾ ਹੀ ਸਾਡੇ 'ਚ ਨਵਾਂ ਉਤਸ਼ਾਹ ਆਉਂਦਾ ਹੈ ਕਿਉਂਕਿ ਕਲਾਮ ਨੂੰ ਸੁਣਨ ਨਾਲ ਹੀ ਸਾਡੇ ਵਿੱਚ ਵਿਸ਼ਵਾਸ ਦੀ ਮਜ਼ਬੂਤੀ ਆਉਂਦੀ ਹੈ। ਜਦੋਂ ਅਸੀਂ ਕਲਾਮ ਦੇ ਨਾਲ ਜੁੜਦੇ ਜਾਵਾਂਗੇ ਅਸੀਂ ਉਹਦੇ ਰੂਹ ਦੇ ਨਾਲ ਭਰਦੇ ਜਾਵਾਂਗੇ। ਅਸੀਂ ਰੂਹ ਦੇ ਨਾਲ ਭਰਦੇ ਜਾਵਾਂਗੇ ਅਸੀਂ ਉਹਦੇ ਕੰਮਾਂ ਨੂੰ ਵਫਾਦਾਰੀ ਤੇ ਇਮਾਨਦਾਰੀ ਨਾਲ ਕਰ ਪਾਵਾਂਗੇ। ਕਦੇ ਵੀ ਅਸੀਂ ਉਹਦੇ ਕੰਮਾਂ ਤੋਂ ਥੱਕਾਂਗੇ ਨਹੀਂ, ਕਦੇ ਵੀ ਅਸੀਂ ਅੱਕਾਂਗੇ ਨਹੀਂ। ਸਾਡੇ 'ਚ ਹਰ ਰੋਜ਼ ਉਹ ਨਵਾਂ ਜੋਸ਼ ਉਹ ਨਵਾਂ ਉਤਸ਼ਾਹ ਬਣਿਆ ਰਹੂਗਾ। ਔਰ ਜਿਸ ਤਰ੍ਹਾਂ ਅਸੀਂ ਕੀ ਦੇਖਦੇ ਹਾਂ ਕਿ ਅਗਰ ਸਾਡੇ ਕੋਲ ਟਾਈਮ ਘੱਟ ਵੀ ਹੈ ਉਸ ਕੰਮ ਨੂੰ ਕਰਨ ਲਈ ਜਾਂ ਫਿਰ ਸਾਡੇ ਕੋਲ ਮੀਟਿੰਗ 'ਚ ਆਉਣ ਲਈ ਕੰਮ ਘੱਟ ਆ ਪਰ ਜਿੰਨਾ ਟਾਈਮ ਤੁਹਾਡੇ ਕੋਲ ਹੈ ਤੁਸੀਂ ਇਮਾਨਦਾਰੀ ਨਾਲ ਓਨਾ ਟਾਈਮ ਖੁਦਾ ਨੂੰ ਦਿਓ। ਅਸੀਂ ਦੇਖਦੇ ਹਾਂ ਕਿ ਪਾਸਟਰ ਜੌਨੀ ਆਪਣੇ ਅਲੱਗ-ਅਲੱਗ ਦੋਸਤਾਂ ਦੇ ਰਾਹੀਂ ਵੀ ਉਸ ਵੀਡੀਓ ਨੂੰ ਜਾਰੀ ਰੱਖਦੇ ਨੇ ਪਰ ਹੁਣ ਇਹ ਥੋੜਾ ਅਲੱਗ ਹੋ ਜਾਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੁੱਧਵਾਰ ਦੀ ਜੋ ਮੀਟਿੰਗ ਹੈ ਉਹ ਸਿਰਫ ਮੰਥਲੀ ਦੋ ਟਾਈਮ ਹੋਏਗੀ ਔਰ 2 ਟਾਈਮ ਸਾਡੇ ਜੋ ਪਰਸਨਲ ਕੇਅਰ ਕਰਨ ਵਾਲੇ ਮੈਂਬਰਸ ਨੇ ਉਹ ਆਪਣੇ ਗਰੁੱਪ ਨੂੰ ਆਪਣੇ ਸਮੂਹ ਨੂੰ ਇਕੱਠਾ ਕਰਕੇ ਉਹਨਾਂ ਦੇ ਵਿਚਕਾਰ ਅਸੀਂ ਖੁਦਾਵੰਦ ਦੇ ਕਲਾਮ ਨੂੰ ਸ਼ੇਅਰ ਕਰਾਂਗੇ। ਇੱਕ ਦੂਸਰੇ ਨਾਲ ਮਿਲਾਪ ਦੀ ਭਾਵਨਾ ਨੂੰ ਰੱਖਾਂਗੇ, ਇੱਕ ਦੂਸਰੇ ਨਾਲ ਮਿਲਾਂਗੇ ਜੁਲਾਂਗੇ ਤਾਂ ਕਿ ਅਸੀਂ ਉਹਨਾਂ ਨੂੰ ਹੋਰ ਵੀ ਜਾਣ ਪਾਈਏ ਤਾਂ ਕਿ ਉਹ ਸਾਨੂੰ ਹੋਰ ਜਾਣ ਸਕਣ। ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਚਰਚ ਦੇ ਮੈਂਬਰ ਵੀ ਹੁੰਦੇ ਆ, ਬਹੁਤ ਟਾਈਮ ਤੋਂ ਅਸੀਂ ਚਰਚ ਆ ਰਹੇ ਆ ਪਰ ਕੁਝ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਉਹ ਭੈਣ ਭਰਾ ਸਾਡੇ ਨਾਲ ਖੁੱਲ ਕੇ ਗੱਲ ਹੀ ਨਹੀਂ ਕਰ ਪਾਉਂਦੇ ਹੈਗੇ। ਉਹ ਜਿਸ ਗੱਲ ਨਾਲ ਉਹ ਜੂਝ ਰਹੇ ਹੁੰਦੇ ਆ ਉਹ ਆਪਣੇ ਅੰਦਰ ਹੀ ਉਸ ਨੂੰ ਦਬਾ ਕੇ ਰੱਖਦੇ ਆ ਔਰ ਉਹ ਗੱਲ ਛੋਟੀ ਜਿਹੀ ਹੁੰਦੀ ਹੈ ਫਿਰ ਉਹ ਵੱਡੀ ਮੁਸ਼ਕਿਲ ਬਣ ਕੇ ਉਹਨਾਂ ਦੇ ਸਾਹਮਣੇ ਆਉਂਦੀ ਹੈ ਤੇ ਉਦੋਂ ਉਹ ਸਾਡੇ ਨਾਲ ਸ਼ੇਅਰ ਕਰਦੇ ਨੇ। ਤਾਂ ਇਹ ਬਹੁਤ ਵਧੀਆ ਸਾਡੇ ਕੋਲ ਮੌਕਾ ਹੋਵੇਗਾ ਕਿ ਜਦੋਂ 2 ਟਾਈਮ ਉਹ ਮੀਟਿੰਗ ਇਕੱਠੇ ਹੋਣ ਲਈ ਕੀਤੀ ਜਾਵੇਗੀ ਤਾਂ ਮੈਂ ਉਸ ਟਾਈਮ ਲਈ ਵੀ ਤੁਹਾਨੂੰ ਹੁਣ ਤੋਂ ਹੀ ਆਖਦੀ ਹਾਂ ਕਿ ਤੁਸੀਂ ਉਤਸ਼ਾਹ ਵਿੱਚ ਰਹੋ ਤਾਂ ਜੋ ਤੁਸੀਂ ਚਾਹੇ ਉਹ ਚਰਚ ਵਿੱਚ ਆ ਜਾਂ ਫਿਰ ਉਸ ਪਰਸਨ ਦੇ ਘਰ ਵਾ ਜੋ ਉਹਨੂੰ ਲੀਡ ਕਰ ਰਿਹਾ ਵਾ ਤੁਸੀਂ ਜ਼ਰੂਰ ਜਾਓ। ਜੋ ਵੀ ਤੁਹਾਡੇ ਦਿਲ ਦੇ ਵਿੱਚ ਕੁਝ ਸਵਾਲ ਨੇ ਜਾਂ ਕਲਾਮ ਨਹੀਂ ਤੁਹਾਨੂੰ ਸਮਝ ਆਉਂਦਾ ਤਾਂ ਤੁਸੀਂ ਉਹਨਾਂ ਨਾਲ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਕਲੀਅਰਲੀ ਉਹਨਾਂ ਪੁਆਇੰਟਾਂ ਨੂੰ ਸਮਝਾ ਸਕਣ। ਹੋ ਸਕਦਾ ਹੈ ਉਸ ਜੋ ਕਲਾਮ ਤੁਹਾਨੂੰ ਸਮਝ ਨਹੀਂ ਆ ਰਿਹਾ ਪਰ ਖੁਦਾ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਤਾਂ ਉਹ ਕਲਾਮ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਵੇ ਔਰ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਮਕਸਦ ਪਤਾ ਚੱਲ ਸਕਦਾ ਹੈ। ਤੁਹਾਨੂੰ ਖੁਦਾ ਵਿੱਚ ਤੁਹਾਡੀ ਕੀ ਬੁਲਾਹਟ ਹੈ ਉਹ ਪਤਾ ਚੱਲ ਸਕਦੀ ਹੈ ਜਾਂ ਖੁਦਾ ਤੁਹਾਡੇ ਤੋਂ ਕਿਹੜੇ ਕੰਮ ਲੈਣਾ ਚਾਹੁੰਦਾ ਹੈ ਤੁਹਾਨੂੰ ਉਹ ਪਤਾ ਲੱਗ ਸਕਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਸਾਡੀ ਇੱਕ ਸਕਾਈਪ ਦਾ ਜੋ ਗਰੁੱਪ ਬਣਿਆ ਵਾ ਉਹ ਸਾਡੀ ਸਕਾਈਪ ਤੇ ਮੀਟਿੰਗ ਹੁੰਦੀ ਹੈ ਔਰ ਪਾਲੀਮੈਥਕੋ ਦੇ ਵਿੱਚ ਜੋ ਸਕਾਈਪ ਤੇ ਮੀਟਿੰਗ ਹੁੰਦੀ ਹੈ ਸੋ ਉਸ ਮੀਟਿੰਗ ਦੇ ਦੌਰਾਨ ਬਹੁਤ ਭੈਣ ਭਰਾ ਸਾਡੇ ਨਾਲ ਜੁੜਦੇ ਆ ਔਰ ਖੁਦਾ ਦੇ ਕਲਾਮ ਨੂੰ ਸਿੱਖਦੇ ਆ ਤਾਂ ਉਸ ਵਿੱਚ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਔਰ ਅਸੀਂ ਦੇਖਦੇ ਹਾਂ ਕਿ ਉਸ ਦੇ ਵਿੱਚ ਕਈ ਵਾਰੀ ਇਹ ਚੀਜ਼ ਹੁੰਦੀ ਹੈ ਕਿ ਜੋ ਕਾਫੀ ਟਾਈਮ ਤੋਂ ਕਿਸੇ ਬੰਧਨ ਦੇ ਵਿੱਚ ਹੁੰਦੇ ਆ ਭੈਣ ਭਰਾ ਉਹ ਆਨਲਾਈਨ ਵੀ ਉਸ ਮੀਟਿੰਗ ਨੂੰ ਅਟੈਂਡ ਕਰਦੇ ਆ ਤੇ ਪਾਕ ਰੂਹ ਦਾ ਮੱਸਾ ਪਾਕ ਰੂਹ ਦੀ ਹਜ਼ੂਰੀ ਇੰਨੀ ਮਜ਼ਬੂਤੀ ਨਾਲ ਹੁੰਦੀ ਹੈ ਕਿ ਉਹ ਬੰਧਨਾਂ ਤੋਂ ਆਜ਼ਾਦ ਹੁੰਦੇ ਆ ਔਰ ਉਹ ਆਪਣੀ ਗਵਾਹੀ ਨੂੰ ਚਰਚ ਵਿੱਚ ਆ ਕੇ ਜਾਂ ਆਪਣੇ ਜੋ ਉਹਨਾਂ ਦਾ ਪਰਸਨਲ ਕੇਅਰ ਵਾਲਾ ਲੀਡਰ ਹੈ ਉਹਦੇ ਨਾਲ ਸ਼ੇਅਰ ਕਰਦੇ ਆ ਤਾਂ ਇਸ ਨਾਲ ਦੋਨਾਂ ਚੀਜ਼ਾਂ ਨੂੰ ਖੁਸ਼ੀ ਮਿਲਦੀ ਹੈ, ਦੋਨਾਂ ਪਰਸਨ ਨੂੰ ਖੁਸ਼ੀ ਮਿਲਦੀ ਹੈ। ਇਸ ਨਾਲ ਖੁਸ਼ੀ ਮਿਲਦੀ ਹੈ ਉਸ ਪਰਸਨ ਨੂੰ ਜਿਹਨੇ ਆਜ਼ਾਦੀ ਪਾਈ ਹੈ, ਇਸ ਨਾਲ ਖੁਸ਼ੀ ਮਿਲਦੀ ਹੈ ਉਸ ਲੀਡਰ ਨੂੰ ਜੋ ਉਹਨਾਂ ਦੀ ਕੇਅਰ ਕਰ ਰਿਹਾ ਵਾ ਤਾਂ ਦੋਨਾਂ ਪਾਸੇ ਖੁਦਾਵੰਦ ਦਾ ਕੰਮ ਹੁੰਦਾ ਹੈ ਔਰ ਇਸ ਨਾਲ ਖੁਸ਼ੀ ਉਸ ਪਰਸਨ ਨੂੰ ਵੀ ਮਿਲਦੀ ਹੈ ਉਸ ਦਾਸ ਨੂੰ ਵੀ ਮਿਲਦੀ ਹੈ ਜੋ ਖੁਦਾ ਦਾ ਕਲਾਮ ਸ਼ੇਅਰ ਕਰਦਾ ਕਿਉਂਕਿ ਉਹ ਖੁਦਾ ਨੇ ਉਹਨੂੰ ਦਿੱਤਾ ਹੁੰਦਾ ਹੈ ਔਰ ਖੁਦਾ ਜਦੋਂ ਆਪਣੇ ਕਲਾਮ ਨੂੰ ਭੇਜਦਾ ਹੈ ਤਾਂ ਉਹ ਕੰਮ ਕਰੇ ਬਿਨਾਂ ਵਾਪਸ ਨਹੀਂ ਆਉਂਦਾ। ਸੋ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਰਸੂਲਾਂ ਦੇ ਕਰਤੱਵ ਉਹਦਾ 2 ਚੈਪਟਰ ਔਰ ਉਹਦੀ 42 ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਤਰਸ ਨੇ ਜਦੋਂ ਕਲਾਮ ਕੀਤਾ ਤਾਂ ਉਹਨਾਂ ਨੇ ਸੁਣਿਆ ਔਰ ਉਹਨਾਂ ਦੇ ਈਮਾਨ ਦੇ ਵਿੱਚ ਮਜ਼ਬੂਤੀ ਆਈ। ਫਿਰ ਉਹਨਾਂ ਨੇ ਪੁੱਛਿਆ ਕਿ ਅਸੀਂ ਹੁਣ ਕੀ ਕਰੀਏ ਤਾਂ ਫਿਰ
ਉਹਨਾਂ ਨੇ ਕਿਹਾ ਕਿ ਤੁਸੀਂ ਬਪਤਿਸਮਾ ਲਿਓ। ਫਿਰ ਅਸੀਂ ਦੇਖਦੇ ਹਾਂ ਕਿ ਉਹ ਸਿੱਖਿਆ, ਸੰਗਤ, ਰੋਟੀ ਤੋੜਨ ਵਿੱਚ ਔਰ ਸਿੱਖਣ ਵਿੱਚ ਔਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਉਹ ਇਹਨਾਂ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਥੰਮ ਬਣਾਇਆ ਕਿ ਉਹ ਸਿੱਖਿਆ ਤੇ ਸੰਗਤ, ਸਿੱਖਣ ਵਿੱਚ ਤੇ ਸੰਗਤੀ ਕਰਨ ਵਿੱਚ। ਕਿਤੇ ਵੀ ਸੰਗਤੀ ਹੁੰਦੀ ਹੈ, ਚਰਚ ਵਿੱਚ ਹੁੰਦੀ ਹੈ, ਆਨਲਾਈਨ ਹੁੰਦੀ ਹੈ ਜਾਂ ਕੋਈ ਛੋਟੇ ਜਿਹੇ ਗਰੁੱਪ 'ਚ ਹੁੰਦੀ ਹੈ, ਤੁਸੀਂ ਉਸ ਨੂੰ ਅਟੈਂਡ ਕਰੋ। ਤੁਸੀਂ ਉੱਥੇ ਆ ਕੇ ਦੇਖੋ ਕਿ ਹੁੰਦਾ ਕੀ ਹੈ। ਖੁਦਾਵੰਦ ਤੁਹਾਡੀ ਜ਼ਿੰਦਗੀ 'ਚ ਜ਼ਰੂਰ ਕੰਮ ਕਰਦਾ ਹੈ ਜਦੋਂ ਅਸੀਂ ਦਿਲ ਤੋਂ ਉਹਨੂੰ ਸਮਾਂ ਦਿੰਦੇ ਹਾਂ, ਜਦੋਂ ਅਸੀਂ ਆਪਣੇ ਦਿਮਾਗ ਦੀ ਨਹੀਂ ਬਲਕਿ ਦਿਲ ਦੀ ਸੁਣ ਕੇ ਉਸ ਕਲਾਮ ਨੂੰ ਰਿਸੀਵ ਕਰਦੇ ਹਾਂ, ਤਾਂ ਖੁਦਾ ਵੱਡੇ ਮੌਜਾਤ ਕਰਨ ਦੀ ਸਮਰਥ ਰੱਖਦਾ ਹੈ। प्रेज द लॉर्ड एवरीवन। फर्स्ट ऑफ ऑल मुबारकबाद होना तमाम मेरे अजीज़ां नूं जिन्हां ने बपतिस्मा लिया। ये बहुत बड़ा और खुशी का माहौल सीगा क्योंकि खुदावंद दे कलाम के मुताबिक लिखिया कि जदों एक रूह बचदी है ते ओह स्वर्ग राज दे विच एक जशन का माहौल हुंदा है। ते बड़ी खुशी और आनंद वाली गल है कि तुसी अज तो जिन्हां ने बपतिस्मा लिया और खुदावंद नूं अपनी जिंदगी दे विच स्वीकार कीता है, उन्हां दा जो एंट्री आ ओह परमेश्वर दे राज दे विच हो चुकी है। ये बड़ी खुशी और आनंद वाली गल है साडे सारियां दे नाल। और जिवें ऑलरेडी ही मेरे भैन भरावां ने दस्सिया बहुत सारियां गल्लां दा जिक्र किया कि आने वाले समय च साडी जिंदगी का रवैया जो साडा लाइफ स्टाइल होना चाहिए है वो की होना चाहिए है। तो लिखिया खुदा के कलाम च कि तमाम गल्लां जो मिल के वो भलाई पैदा करदियां ने। तो खुदा के वचन च एक बहुत खास और उत्तम गल लिखी है कि समय नूं लाभदायक करके जानो क्यों जो दिन बुरे ने। तो ये खुदा के कलाम दे विच जदों बपतिस्मे का यूहन्ना ने प्रचार किया सीगा, वो खुदा वालों महसूस किया होया आया इस धरती ते कि तौबा करो मुड़ो तां जो परमेश्वर दे हजूरों सुख दे दिन आउण। और लिखिया कि स्वर्ग दा राज नेड़े है। ते जे वो हज़ारां साल पहले इस गल दा जिक्र किया ते असीं इस चीज़ दा एहसास कर सकते हैं कि हुण वो किन्ना वधीक नेड़े हो समा जदों परमेश्वर दा आउणा और असीं उहदे स्वर्ग राज दे विच उहदे नाल उठाए जावांगे उहदे वायदे दे मुताबिक। और इहदे विचों सब तो अहम और जो गल हैगी है कि समय दे पाबंद होना एक बहुत एक हर मसीही दे लाइफ स्टाइल होना चाहिए, एक डिसिप्लिन होना चाहिए है। क्योंकि फॉर एग्जाम्पल अगर असी जिवें असी सरीरक हिस्सिਆਂ ਦੇ ਵਿੱਚ ਜਿਵੇਂ फर्स्ट ऑफ ऑल जिवें असी आम जिवें एक स्कूल च एडमिशन लेने आ ਤਾਂ ਐਡਮਿਸ਼ਨ ਲੈਂਦੇ ਕੁਝ ਰੂਲ, ਕੁਝ ਅਸੂਲ, ਕੁਝ ਡਿਸਪਲਿਨ ਹੁੰਦੇ ਨੇ। ਇਸੇ ਤਰ੍ਹਾਂ ਇਹ ਖੁਦਾ ਦਾ ਘਰ ਹੈ। ਤੁਸੀਂ ਖੁਦਾ ਦੇ ਘਰ ਵਿੱਚ ਆਉਣਾ ਹੈ ਤੇ ਤੁਹਾਡੀ ਜ਼ਿੰਦਗੀ ਦਾ ਰਵੱਈਆ ਤੁਹਾਨੂੰ ਵੀ ਖੁਦਾ ਦੇ ਲਈ ਰਿਸਪੈਕਟ ਹੋਣੀ ਜ਼ਰੂਰੀ ਹੈ, खुदा दे लई प्यार होना चाहिए है। क्योंकि खुदा दे कलाम ज़बूर 84 दे विच लिखिया आ कि ओ 1000 दिनां नालों ओ एक दिन बहुमुल्ला आ जो परमेश्वर दे हजूर दे विच गुजारिया जांदा है। तो तमाम तुसी समा चाहे किन्ने भी घंटे गुजार लोगे, लेकिन जो खुदा दी हजूरी दे विच बिताया होया समा आ ओ खुदा दी पुस्तक दे विच यादगिरी लई लिखिया जाएगा, ओ खुदा दे लेखे दे विच होएगा। ते वचन च लिखिया कि खुदा अपने विच कीती हुई मेहनत दा कदी अज़र नहीं रखदा। तो तुहाडा सारियां दा एक रुझान होना चाहिए, एक रूटीन होनी चाहिए। जिवें असीं सरीरक आगू दे अधीन होके हर काम दे विच उन्हां दे अधीन रह के काम करदे हैं, इसे तरह साडे अंदर परमेश्वर दे घर दे लई चाहत, ओ प्यार, ओ लगन, ओ एक्साइटमेंट होनी चाहिए कि असीं समय सिर होइए। क्योंकि जिवें स्कूल दे विच असूल होंदे ने, फर्स्ट पीरियड हुंदा है, सैकेंड पीरियड हुंदा है, थर्ड पीरियड हुंदा है, इसे तरह इस परमेश्वर दे घर दे विच भी असूल ने, डिसिप्लिन ने। फर्स्ट जिवें प्रार्थना हुंदी है, उस तो बाद वर्शिप हुंदी है, उस तो बाद प्रचार हुंदा है, उस तो बाद गवाहियां भी हुंदियां ने। ये एक तरह दे जे असीं कंपेयर करके देखिए तां एक पीरियड ने। हुण जे असीं कहिए कि फर्स्ट पीरियड मिस कर लिया कोई नहीं जी, सैकेंड ज्वाइन कर लांगे, थर्ड ज्वाइन, लेकिन इहदा रिजल्ट तुसीं देखोगे कि अगर असीं वो सारे मिस करदे हां, चलो कोई नहीं है जी वर्शिप मिस हो गई, ओ वारी कोई गल नहीं, असीं जाके प्रचार देख लांगे, लेकिन खुदा नूं ये चीज़ पसंद नहीं है। परमेश्वर दे जेकर असीं एक अच्छे रुतबे ते पहुंचना चाहुंदे हां तां सानूं वो मुकम्मल स्टडी लैनी पएगी, फिर ही असीं एग्जाम दे विच बैठ के कामयाब हो सकांगे। इसे तरह परमेश्वर दे घर दे लई ਉਹਦੇ ਅਸੂਲਾਂ ਦੇ ਲਈ ਜੋ ਇੰਸਟਰਕਸ਼ਨ, ਜੋ ਰੂਲ ਰੈਗੂਲੇਸ਼ਨਸ ਸਾਨੂੰ ਲੰਡਨ ਟੀਮ ਵੱਲੋਂ ਦਿੱਤੇ ਜਾਂਦੇ ਨੇ, ਸਾਡਾ ਪਹਿਲਾ ਔਰ ਫਸਟ ਮਕਸਦ ਇਹੀ ਹੋਣਾ ਚਾਹੀਦਾ ਸੀ ਅਸੀਂ ਖੁਦਾ ਦੇ ਘਰ ਵਿੱਚ ਸਮੇਂ ਸਿਰ ਹੋਈਏ ਤਾਂ ਕਿ ਖੁਦਾ ਨੂੰ ਵੀ ਪਸੰਦ ਹੋਵੇ ਔਰ ਤੁਹਾਡੀ ਵਫਾਦਾਰੀ ਦੇ ਮੁਤਾਬਕ ਉਹ ਤੁਹਾਨੂੰ ਬਲੈਸ करे। और दूसरी जो अहम गल है जिवें कि लंडन टीम का दौरा होंदा है, तो तमाम मेरे अजीज भैन भरा ऐसे हालातां विच हुंदे ने जिन्हां नूं रैगुलरली आउणा नहीं मिलदा कि वो नहीं आ पाते, लेकिन बहुत सारे ऐसे भी हैगे ने जो रेगुलरली आउंदे ने। लेकिन अगर तुहाडे दिल दे विच चाहत है, तुहाडे विच इरादा है कि खुदा दे घर विच आउणा है ते
ਚਲੋ ਅੱਗੋਂ ਪਿੱਛੇ ਦੀ ਕੋਈ ਗੱਲ ਨਹੀਂ, ਲੇਕਿਨ ਜਦੋਂ ਲੰਡਨ ਟੀਮ ਦਾ ਦੌਰਾ ਹੁੰਦਾ ਆ ਤੇ ਤੁਸੀਂ ਉਸ ਟਾਈਮ ਤੇ ਪ੍ਰਾਰਥਨਾ ਦੇ ਵਿੱਚ ਜਾਓ, ਕਿਉਂਕਿ ਪਾਸਟਰ ਜੋਨੀ ਦੇ ਦੁਆਰਾ ਅਸੀਂ ਅਕਸਰ ਸਿੱਖਦੇ ਹਾਂ ਕਿ ਜਦੋਂ ਉਹਨਾਂ ਦਾ ਦੌਰਾ ਹੁੰਦਾ ਆ ਤਾਂ ਉਹ ਪਹਿਲਾਂ ਪੂਰੀ ਟੀਮ ਇੱਕ ਯੂਨਿਟੀ ਦੇ ਵਿੱਚ, ਇੱਕ ਆਤਮਿਕ ਯੁੱਧ ਵਿੱਚ ਜਾਂਦੇ ਨੇ ਤੇ ਉਹ ਹਰ ਇੱਕ ਨਕਾਰਾਤਮਕ ਹਿੱਸੇ ਨੂੰ ਉਹ ਨਕਾਰਦੇ ਨੇ ਜੋ ਉਹਨਾਂ ਦੀ ਰੁਕਾਵਟ ਹੁੰਦੀ ਹੈ। ਇਸੇ ਤਰ੍ਹਾਂ ਅਗਰ ਤੁਹਾਡੇ ਦਿਲ ਦੀ ਚਾਹਤ ਹੈ ਕਿ ਤੁਸੀਂ ਵੀ ਸਾਡੇ ਨਾਲ ਮਿਲ ਕੇ ਖੁਦਾ ਦੀ ਪਰਸਤਿਸ਼ ਕਰ ਸਕੋ ਤੇ ਤੁਹਾਡਾ ਵੀ ਉਹ ਮਕਸਦ, ਤੁਹਾਡਾ ਇਰਾਦਾ ਬਣ ਜਾਣਾ ਚਾਹੀਦਾ ਕਿ ਅਸੀਂ ਕਿਵੇਂ ਨਾ ਕਿਵੇਂ ਕਰਕੇ ਪਹੁੰਚਣਾ ਹੈ। ਔਰ ਸਾਡੀ ਲੜਾਈ ਪ੍ਰਾਰਥਨਾ ਦੇ ਦੁਆਰਾ ਹੋਣੀ ਚਾਹੀਦੀ ਕਿ ਅਸੀਂ ਘੁਟਨੇ ਭਰ ਜਾਈਏ ਔਰ ਖੁਦਾ ਕੋਲੋਂ ਮੰਗ ਕਰੀਏ ਕਿ ਖੁਦਾ ਸਾਡੀ ਚਾਹਤ ਨੂੰ ਪੈਦਾ ਕਰ, ਪੂਰਾ ਕਰ। ਕਿਉਂਕਿ ਖੁਦਾ ਦੇ ਕਲਾਮ ਦੇ ਵਿੱਚ, ਜ਼ਬੂਰ ਦੇ ਵਿੱਚ ਦਾਊਦ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਜੀ ਇੰਨਾ ਧਿਆਇਆ ਪਾਣੀ ਦੇ ਲਈ ਤਰਸਦਾ ਜਿਵੇਂ ਹਰਨੀ ਪਾਣੀ ਦੇ ਨਦੀਆਂ ਨੂੰ ਤਰਸਦੀ ਹੈ। ਉਹ ਪਿਆਸ, ਉਹ ਤੜਪ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਤੇ ਖੁਦਾਵੰਦ ਤੁਹਾਡੀ ਚਾਹਤ ਦੇ ਮੁਤਾਬਕ ਉਹ ਜ਼ਰੂਰ ਤੁਹਾਨੂੰ ਮੁਹੱਈਆ ਕਰੇਗਾ। ਇਹ ਸਾਡਾ तमाम ਸਾਰੇ ਅਜ਼ੀਜ਼ਾਂ ਦਾ ਇਹ ਵਿਸ਼ਵਾਸ ਹੈ। ਤੁਹਾਡੇ ਅੰਦਰ ਵੀ ਉਹ ਚਾਹਤ, ਉਹ ਪਿਆਰ, ਉਹ ਲਗਨ ਹੋਣੀ ਚਾਹੀਦੀ ਹੈ ਕਿ ਅਸੀਂ ਅੱਗੋਂ ਪਿੱਛੋਂ ਚਾਹੇ ਨਹੀਂ ਜਾ ਪਾਉਂਦੇ, ਖੁਦਾ ਦੇ ਅੱਗੇ ਸਾਰੇ ਹਾਲਾਤ ਖੁੱਲੇ ਤੇ ਬੇਪਰਦਾ ਨੇ, ਤਾਂ ਤੁਸੀਂ ਉਸ ਟਾਈਮ ਤੇ ਆਪਣੇ ਅੰਦਰ ਇਸ ਚਾਹਤ ਨੂੰ ਰੱਖੋ, ਦੁਆ ਦੇ ਵਿੱਚ ਜਾਓ ਔਰ ਕਿਵੇਂ ਨਾ ਕਿਵੇਂ ਕਰਕੇ ਉਹ ਮੌਕਿਆਂ ਨੂੰ ਮਿਸ ਨਹੀਂ ਕਰੋ। ਕਿਉਂਕਿ ਕੋਈ ਵੀ ਐਸੀ ਇਬਾਦਤ ਹੈ ਨਹੀਂ ਹੈ ਜਿਹਦੇ ਦੁਆਰਾ ਸਾਨੂੰ ਫਲ ਨਹੀਂ ਮਿਲਦਾ। ਅਜ਼ਰ ਦੇਣ ਵਾਲਾ ਪਰਮੇਸ਼ਰ ਹੈ। ਕਿਉਂਕਿ ਬਹੁਤ ਐਸੀਆਂ ਗੱਲਾਂ ਹੁੰਦੀਆਂ ਨੇ ਜਦੋਂ ਲੰਡਨ ਟੀਮ ਆਉਂਦੀ ਹੈ ਤਾਂ ਉਹ ਇੱਕ ਸਪੈਸ਼ਲ ਹਿੱਸਾ ਹੁੰਦਾ ਹੈ ਔਰ ਖੁਦਾ ਦੇ ਕਲਾਮ ਦੇ ਮੁਤਾਬਕ ਲਿਖਿਆ ਜਿਹੜੇ ਉਹਦੇ ਸੰਤ ਲੋਕ ਨੇ ਉਹ ਦੂਣੇ ਆਦਰ ਦੇ ਯੋਗ ਹੈ। ਉਹਨਾਂ ਦਾ ਆਦਰ ਇਹੀ ਹੈ ਕਿ ਜਦੋਂ ਉਹ ਜਿਸ ਮਕਸਦ ਲਈ ਆਇਆ, ਸਾਡੇ ਲਈ ਆਇਆ, ਤਾਂ ਉਹ ਆਪਣੇ ਪਰਿਵਾਰ, ਆਪਣੀ ਫੈਮਿਲੀਜ਼ ਨੂੰ ਛੱਡ ਕੇ ਆ ਰਹੇ ਨੇ, ਸਾਡੇ ਲਈ ਆ ਰਹੇ ਨੇ। ਤਾਂ ਸਾਡੇ ਅੰਦਰ ਵੀ ਇਹ ਚਾਹਤ ਹੋਣੀ ਚਾਹੀਦੀ ਕਿ ਅਸੀਂ ਵੀ ਇੱਕ ਯੂਨਿਟੀ ਵਿੱਚ, ਪਿਆਰ ਸਲੂਕ ਦੇ ਵਿੱਚ ਬਣ ਕੇ ਅਸੀਂ ਹਾਜ਼ਰ ਰਹੀਏ ਔਰ ਉਹ ਸਾਰੀਆਂ ਮੀਟਿੰਗਸ ਨੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਅਟੈਂਡ ਕਰ ਸਕੀਏ। ਔਰ ਤੀਸਰੀ ਜੋ ਖਾਸ ਔਰ ਇੱਕ ਔਰ ਅਹਿਮ ਗੱਲ ਹੈ ਕਿ ਸਮਾਜਿਕ ਮੁਲਾਕਾਤਾਂ, ਜਿਵੇਂ ਕਿ ਬਹੁਤ ਸਾਰੇ ਮੇਰੇ ਅਜ਼ੀਜ਼ ਐਸੇ ਵੀ ਹੁੰਦੇ ਨੇ ਜੋ ਬਹੁਤ ਸ਼ਾਇ ਹੁੰਦੇ ਨੇ, ਬਹੁਤ ਜ਼ਿਆਦਾ ਫ੍ਰੈਂਕਲੀ ਨਹੀਂ ਹੁੰਦੇ, ਫਰੀडम 'ਚ ਨਹੀਂ ਹੁੰਦੇ, ਬਹੁਤ ਆਪਣੇ ਆਪ 'ਚ ਰਹਿੰਦੇ ਨੇ। ਲੇਕਿਨ ਸਾਡਾ ਪਰਮੇਸ਼ਰ ਯੀਸ਼ੂ ਮਸੀਹ ਜੋ ਆ ਉਹ ਪਿਆਰ ਦਾ ਖੁਦਾ ਆ, ਉਹ ਮੁਲਾਕਾਤ ਦਾ ਖੁਦਾ ਆ, ਉਹ ਮਿਲਾਪ ਦਾ ਖੁਦਾ ਆ। ਤੇ ਸਾਡੇ ਜੋ ਚਰਚ ਦਾ ਵਿਜ਼ਨ ਵੀ ਇਹ ਆ ਕਿ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਆ ਕਿ ਤੁਸੀਂ ਆਪ ਵੀ ਵਧੋ ਤੇ ਦੂਸਰਿਆਂ ਨੂੰ ਵੀ ਵਧਾਓ। ਤੇ ਜੇਕਰ ਤੁਸੀਂ ਉਸ ਖੁਸ਼ਖਬਰੀ ਦੀ ਪ੍ਰਚਾਰ ਨੂੰ, ਮੈਸੇਜ ਨੂੰ ਦੂਸਰਿਆਂ ਤੱਕ ਸਾਂਝਾ ਨਹੀਂ ਕਰੋਗੇ ਜਾਂ ਸਾਡੇ ਨਾਲ ਮਿਕਸ ਅਪ ਨਹੀਂ ਹੋਗੇ, ਅਨਕੰਫਰਟੇਬਲ ਹੋਵੋਗੇ, ਤਾਂ ਅਸੀਂ ਕਦੀ ਵੀ ਤੁਹਾਡੇ ਕਿਸੇ ਵੀ ਹਿੱਸੇ 'ਚ ਮਦਦ ਨਹੀਂ ਕਰ ਸਕਾਂਗੇ। ਤਾਂ ਤੁਹਾਨੂੰ ਬੇਝਿਜਕ ਹੋ ਕੇ ਅਸੀਂ ਇੱਕ ਫੈਮਿਲੀ ਆ, ਸਾਡੇ ਨਾਲ ਸ਼ੇਅਰ ਕਰੋ ਔਰ ਆਪਣੇ ਸੁਭਾਅ ਨੂੰ ਚੇਂਜ ਕਰੋ। ਜੇਕਰ ਤੁਸੀਂ ਇਕੱਲੇ ਰਹਿਣਾ ਪਸੰਦ ਕਰਦੇ ਸੀ, ਨਹੀਂ ਕਿਸੇ ਨਾਲ ਗੱਲਬਾਤ ਕਰਦੇ ਸੀ, ਪਰ ਤੁਹਾਨੂੰ ਹੁਣ ਮਸੀਹ ਦੇ ਸੁਭਾਅ ਦੇ ਵਿੱਚ ਆਪਣੀ ਨੇਚਰ ਨੂੰ ਬਦਲ ਲੈਣਾ ਚਾਹੀਦਾ। ਲਿਖਿਆ ਤੁਹਾਡਾ ਵੀ ਸੁਭਾਅ ਉਹੋ ਜਿਹਾ ਹੋਵੇ ਜਿਹੋ ਜਿਹਾ ਮਸੀਹ ਦਾ ਸੀ। ਸੋ ਮਸੀਹ ਪ੍ਰੇਮ ਕਰਨ ਵਾਲਾ ਖੁਦਾ ਹੈ ਔਰ ਮਸੀਹ ਮਿਲਾਪ ਦਾ ਖੁਦਾ ਹੈ। तो जो ਪ੍ਰੋਮਿਸਿਸ ਅਸੀਂ ਖੁਦਾ ਦੇ ਹਜ਼ੂਰ ਦੇ ਵਿੱਚ ਕੀਤੇ ਨੇ ਬਪਤਿਸਮਾ ਲੈਂਦੇ ਸਮੇਂ ਕਿ ਅਸੀਂ ਉਸ ਨੂੰ ਆਪਣਾ ਸਵਰਗੀ ਦਾਤਾ ਪਰਮੇਸ਼ਰ ਮੁਕਤੀ ਦਾਤਾ ਸਵੀਕਾਰ ਕਰਕੇ ਉਹਨੂੰ ਕਬੂਲ ਕੀਤਾ ਹੈ। ਤਾਂ ਸਾਡਾ ਜਿਹੜਾ ਮਕਸਦ ਇਹ ਹੋਣਾ ਚਾਹੀਦਾ ਕਿ ਸਭ ਕੰਮਾਂ ਨਾਲੋਂ ਛੱਡ ਕੇ ਖੁਦਾ ਦੇ ਘਰ ਨੂੰ ਔਰ ਉਹਨੂੰ ਪਿਆਰ ਕਰਨਾ ਔਰ ਉਹਦੀ ਮਰਜ਼ੀ ਨੂੰ ਜਾਣ ਕੇ पूरा करना। फिर ਅਸੀਂ ਇਹ ਵੀ ਪ੍ਰੋਮਿਸ ਕੀਤਾ ਕਿ ਅਸੀਂ ਸਾਰੇ ਸ਼ੈਤਾਨ ਦੇ ਨਕਾਰਾਤਮਕ ਹਿੱਸਿਆਂ ਨੂੰ ਰੱਦ ਕਰਾਂਗੇ। ਤਾਂ ਐਸੇ ਬਹੁਤ ਸਾਰੀ ਟੈਂਪਟੇਸ਼ਨਸ ਹੋ ਸਕਦੀ ਹੈ ਜਦੋਂ ਮੀਟਿੰਗਸ ਹੁੰਦੀਆਂ ਨਾ, ਕਿੱਦਾਂ ਅੱਗੋਂ ਪਿੱਛੋਂ ਚਾਹੇ ਤੁਹਾਡੇ ਕੋਲ ਕੰਮ ਨਾ ਹੋਵੇ, ਲੇਕਿਨ ਕੁਝ ਐਸਾ ਸਮਾਂ ਹੁੰਦਾ ਫਿਰ ਤੁਹਾਨੂੰ ਓਪਰਚੁਨਿਟੀ ਮਿਲਦੀਆਂ ਨੇ। ਲੇਕਿਨ ਤੁਹਾਨੂੰ ਇਹੀ ਉਸ ਸ਼ੈਤਾਨ ਦੀਆਂ ਯੋਜਨਾਵਾਂ ਨੇ ਕਿ ਤੁਹਾਨੂੰ ਰਾਹੋਂ ਕੁਰਾਹੇ ਪਾਉਣਾ ਔਰ ਕਿਵੇਂ ਨਾ ਕਿਵੇਂ ਉਸ ਮਕਸਦ ਤੋਂ, ਉਸ ਖੁਦਾ ਦੇ ਘਰ ਤੋਂ ਦੂਰ ਕਰਨਾ। ਲੇਕਿਨ ਤੁਸੀਂ ਉਸ ਚੀਜ਼ ਦਾ ਕੱਟ ਕਰਨਾ ਆ ਔਰ ਉਸ ਪ੍ਰੋਮਿਸ ਨੂੰ, ਜੋ 4 ਪ੍ਰੋਮਿਸ ਤੁਸੀਂ ਬਪਤਿਸਮਾ ਲੈਂਦੇ ਹੋਏ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ, ਖਾਸ ਰੱਖਣਾ ਹੈ। ਔਰ ਤੁਸੀਂ ਇਹ ਵੀ ਇੱਕ ਪ੍ਰੋਮਿਸ ਕੀਤਾ ਕਿ ਉਹ ਸਾਡੇ ਲਈ ਕੁਰਬਾਨ ਹੋਇਆ, ਹੁਣ ਅਸੀਂ ਉਹਦੇ ਲਹੂ ਖਰੀਦੇ ਹੋਏ ਬੱਚੇ ਹਾਂ ਤੇ ਸਾਨੂੰ ਉਹਦੀ ਮੌਤ ਦੀ ਕਦਰ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਲਾਨ ਕਰ ਰਹੇ ਹਾਂ ਪਾਸਟਰ ਜੌਨੀ ਦੇ ਨਾਲ ਕਿ ਸਾਡੀ ਮੰਥਲੀ ਇੱਕ ਐਸੀ ਮੀਟਿੰਗ ਰੱਖੀ ਜਾਏਗੀ ਜਿਹਦੇ ਵਿੱਚ ਅਸੀਂ ਖਾਣਾ ਕਰਾਂਗੇ, ਵਰਸ਼ਿਪ ਕਰਾਂਗੇ ਖੁਸ਼ੀ ਦੇ ਨਾਲ। ਔਰ ਹੋ ਸਕਦਾ ਅਸੀਂ ਕੋਈ, ਹੁਣ ਤਾਂ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਥੋੜਾ ਮੁਸ਼ਕਿਲ ਹੈ ਸਾਡੇ ਲਈ ਬਾਹਰ ਜਾਣਾ, ਲੇਕਿਨ ਅਸੀਂ ਬਹੁਤ ਜਲਦ ਟਰਾਈ ਕਰਾਂਗੇ। ਜਿਵੇਂ ਅਸੀਂ ਟੂਰਸ ਜਾਂਦੇ ਆ, ਆਇਨਪਾ ਜਾਂਦੇ ਆ, ਬੀਚ ਤੇ ਜਾਣਾ, ਤਾਂ ਇੱਕ ਅੱਛਾ, ਇੱਕ ਸਭ ਨੂੰ ਇੱਕ ਚਾਂਸ ਹੁੰਦਾ, ਮੌਕਾ ਮਿਲਦਾ ਹੈ ਤੇ ਇਹਦੇ ਦੁਆਰਾ ਤੁਸੀਂ ਹੋਰ ਵੀ ਆਪਣੇ ਭੈਣ ਭਰਾਵਾਂ ਨੂੰ ਉਤਸ਼ਾਹਿਤ ਕਰ ਸਕਦੇ ਹੋ। ਬੇਸ਼ੱਕ ਉਹ ਮਸੀਹ 'ਚ ਆਉਣਾ ਨਹੀਂ ਪਸੰਦ ਕਰਦੇ ਜਾਂ ਫਿਰ ਐਵੇਂ ਕਰਕੇ, ਲੇਕਿਨ ਇਹ ਅੱਛੀ ਓਪਰਚੁਨਿਟੀ ਹੁੰਦੀ ਹੈ ਜਿਹਦੇ 'ਚ ਅਸੀਂ ਉਹਨਾਂ ਨੂੰ ਦਾਵਤ ਦੇ ਸਕਦੇ ਹਾਂ ਔਰ ਆਪਣੇ ਨਾਲ ਲੈ ਕੇ ਆ ਸਕਦੇ ਹਾਂ ਔਰ ਫਿਰ ਅਸੀਂ ਪਰਮੇਸ਼ਰ ਦੇ ਮਕਸਦ ਜੋ ਸਾਨੂੰ ਸੌਂਪਿਆ ਗਿਆ ਉਹਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਸਟਰ ਜੌਨੀ ਦੁਆਰਾ ਇਹ ਗੱਲ ਡਿਕਲੇਅਰ ਕੀਤੀ ਗਈ ਕਿ ਮੰਥਲੀ ਅਸੀਂ ਹੋ ਸਕਦਾ ਇੱਕ ਜੈਮਿੰਗ ਸੈਸ਼ਨ ਨੂੰ ਸ਼ੁਰੂ ਕਰਾਂਗੇ ਜਿਹਦੇ ਵਿੱਚ ਖਾਣਾ ਹੋਏਗਾ, ਡਾਂਸ ਹੋਏਗਾ,
ਕੁਝ ਵੀ ਜਿਵੇਂ ਵੀ ਪਾਸੇ ਜਵਾਨੀ ਦੀ ਇੰਸਟਰਕਸ਼ਨਸ ਹੋਏਗੀ ਤਾਂ ਅਸੀਂ ਸਾਰੇ ਮਿਲ ਕੇ ਉਹ ਸਾਰੇ ਹਿੱਸਿਆਂ ਨੂੰ ਖੁਸ਼ੀ ਨਾਲ ਆਨੰਦ ਦੇ ਨਾਲ ਪੂਰਾ ਕਰਾਂਗੇ। ਔਰ ਸਾਡੀ ਸਾਰਿਆਂ ਦੀ ਦਿਲ ਤੋਂ ਦੁਆ ਹੈ ਤੁਹਾਡੇ तमाम ਅਜ਼ੀਜ਼ਾਂ ਦੇ ਲਈ ਜੋ ਬਪਤਿਸਮਾ ਲੈਣਗੇ ਜਾਂ ਲਿਆ ਵਾ, ਕਿ ਖੁਦਾਵੰਦ ਦੀ ਉਹ ਪੂਰੀ ਇੱਛਾ, ਉਹ ਤਸੱਲੀ, ਉਹ ਇਤਮੀਨਾਨ ਤੁਹਾਡੇ ਸਭਨਾਂ ਦੀ ਜ਼ਿੰਦਗੀ ਵਿੱਚੋਂ ਪੂਰੀ ਹੋਵੇ। ਆਮੀਨ। ਗॉड ब्लेस यू ऑल।